ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਏਪੀ ਕੁਆਂਟਸ ਕਲਾਸਿਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬੱਚੇ, ਸਾਡਾ ਪੰਜਾਬ ਪਟਵਾਰੀ ਦਾ ਪੇਪਰ ਹੋ ਚੁੱਕਿਆ ਹੈ ਤੇ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ ਪੇਪਰ ਜਿਹਦੀ 5 ਸਾਲਾਂ ਤੋਂ ਵਿਦਿਆਰਥੀਆਂ ਨੂੰ ਉਡੀਕ ਸੀ, ਉਹਦੀ ਵੀ ਪੁੱਠੀ ਗਿਣਤੀ ਸ਼ੁਰੂ ਹੋਈ ਹੈ। ਪੰਜਾਬ ਸਰਕਾਰ ਨੇ 17 ਤੋਂ 31 ਅਗਸਤ ਤੱਕ ਪੇਪਰ ਲੈਣਾ ਉਹ ਤੈਅ ਕੀਤਾ ਹੋਇਆ ਤੇ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦਾ ਕੋਈ ਵੱਡਾ ਐਗਜ਼ਾਮ ਜਿਹੜਾ ਆਨਲਾਈਨ ਹੋ ਰਿਹਾ। ਤਾਂ ਉਮੀਦ ਹੈ ਜਿਹੜੇ ਤੁਹਾਡੇ ਵਿੱਚੋਂ ਬੱਚੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਪੇਪਰ ਦੀ ਤਿਆਰੀ ਕਰ ਰਹੇ ਸੀਗੇ, ਉਹਨਾਂ ਦੀ ਲਗਭਗ ਤਿਆਰੀ ਹੋ ਗਈ ਹੋਣੀ, ਆਖਰੀ ਟੱਚ ਦਿੰਦੇ ਹੋਣਗੇ। ਪਟਵਾਰੀ ਸਾਡਾ ਕੋਈ ਆਖਰੀ ਐਗਜ਼ਾਮ ਨਹੀਂ ਸੀ ਹੈਗਾ। ਪਟਵਾਰੀ ਤੁਹਾਡਾ ਚੰਗਾ ਪਰਫਾਰਮ ਹੋਇਆ, ਮਾੜਾ ਪਰਫਾਰਮ ਹੋਇਆ, ਉਹਦੀ ਇੱਕ ਚੰਗੀ ਗੱਲ ਇਹ ਹੈ ਕਿ ਜਿੰਨੀ ਵੀ ਤੁਹਾਡੀ ਤਿਆਰੀ ਸੀ ਉਹਨੇ ਤੁਹਾਡੀ ਅੱਖਾਂ ਖੋਲਣ ਦਾ ਕੰਮ ਕੀਤਾ। ਇਸ ਤੋਂ ਬਿਨਾ ਸਾਡੇ ਜਿਹੜੇ ਅਗਲੇ ਪੇਪਰ ਨੇ ਉਹਨਾਂ ਦੇ ਵਿੱਚ ਜਿੰਨੀ ਵੀ ਪੰਜਾਬ ਪਟਵਾਰੀ ਦੀ ਤੁਸੀਂ ਤਿਆਰੀ ਕੀਤੀ ਹੈ, ਉਸੇ ਤਿਆਰੀ ਦੇ ਸਿਰ ਤੇ ਅਗਲੀ ਤਿਆਰੀ ਦਾ ਸਾਡਾ ਸੈਟਅਪ ਤਿਆਰ ਹੋਣਾ ਹੈਗਾ। ਤਾਂ ਪੰਜਾਬ ਪਟਵਾਰੀ ਨੂੰ ਲੈ ਕੇ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈਗੀ, ਖਾਸ ਕਰਕੇ ਕੁਆਂਟਸ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੇ ਲਾਂਭੇ ਆਏ ਨੇ ਕਿ ਸਰ ਕੁਆਂਟਸ ਨਹੀਂ ਹੋਇਆ ਹੈਗਾ, ਤਾਂ ਉਹਦੇ ਬਾਰੇ 2-3 ਗੱਲਾਂ ਕਰਾਂਗੇ। 2-3 ਗੱਲਾਂ ਪਟਵਾਰੀ ਦੇ ਮੋਢੇ ਤੇ ਰੱਖ ਕੇ ਕਰਾਂਗੇ, ਪਰ ਅਗਲੇ ਪੇਪਰਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਦੇ ਸੰਦਰਭ 'ਚ, ਉਹਨਾਂ ਦੇ ਕੰਟੈਕਸਟ ਦੇ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲੀ ਗੱਲ ਕਿ ਪੰਜਾਬ ਪੁਲਿਸ ਦਾ ਜਿਹੜਾ ਸਬ ਇੰਸਪੈਕਟਰ ਦਾ ਪੇਪਰ ਹੈ ਉਹਦੀ ਤਿਆਰੀ ਆਲਮੋਸਟ ਤੁਹਾਡੀ ਹੋ ਗਈ ਹੋਣੀ ਆ। ਉਹ ਵੀ ਕੋਈ ਆਖਰੀ ਪੇਪਰ ਨਹੀਂ ਸਾਡਾ ਹੈਗਾ। ਉਸ ਤੋਂ ਬਾਅਦ ਇਸੇ ਮਹੀਨੇ ਦੇ ਅਖੀਰ ਤੇ ਸਾਡਾ ਜੇਲ੍ਹ ਵਾਰਡਨ ਦਾ ਪੰਜਾਬ ਦਾ ਕੋਆਪਰੇਟਿਵ ਬੈਂਕ ਦਾ ਪੇਪਰ ਹੋਣਾ। ਅਗਲੇ ਮਹੀਨੇ ਸਾਡਾ ਐਕਸਾਈਜ਼ ਦਾ, PSPCL ਦਾ, ਪੰਜਾਬ ਪੁਲਿਸ ਦਾ ਕਾਂਸਟੇਬਲ, ਹੈੱਡ ਕਾਂਸਟੇਬਲ ਦਾ ਪੇਪਰ ਹੋਣਾ। ਇਸ ਤੋਂ ਬਿਨਾ ਕੁੜੀਆਂ ਦਾ ਜਿਹੜਾ ਸੁਪਰਵਾਈਜ਼ਰ ਦਾ ਪੇਪਰ ਨਿਕਲੇ ਸੀ ਉਹ ਅਗਲੇ ਮਹੀਨੇ ਹੋਣਾ। ਕੋਆਪਰੇਟਿਵ ਇੰਸਪੈਕਟਰ ਦੀਆਂ ਪੋਸਟਾਂ ਤੇ ਫੂਡ ਇੰਸਪੈਕਟਰ ਦੀਆਂ ਪੋਸਟਾਂ ਉਹ ਕਿਹਾ ਜਾ ਰਿਹਾ ਕਿ ਕਦੋਂ ਵੀ ਅਨਾਉਂਸ ਹੋ ਸਕਦੀਆਂ ਨੇ ਤੇ ਮਿਡ ਅਕਤੂਬਰ ਤੱਕ ਉਹਨਾਂ ਦਾ ਪੇਪਰ ਵੀ ਹੋ ਸਕਦਾ। ਤਾਂ ਸਾਡੇ ਕੋਲ ਹਲੇ ਬਹੁਤ ਖਜ਼ਾਨਾ ਪਿਆ ਹੈ ਪੰਜਾਬ ਦੇ ਪੇਪਰਾਂ ਦੀ, ਜਿਹੜੇ ਵਿਦਿਆਰਥੀ ਤਿਆਰੀ ਕਰਦੇ ਨੇ, ਜਿਹੜਾ ਤੁਸੀਂ ਅਚੀਵ ਕਰ ਸਕਦੇ ਹੋ। ਤਾਂ ਤੁਹਾਡੇ ਕੋਲ ਗੋਲਡਨ ਓਪਰਚੁਨਿਟੀਜ਼ ਹਲੇ ਹੈਗੀਆਂ ਨੇ। ਪਟਵਾਰੀ ਦੇ ਪੇਪਰ ਦੇ ਵਿੱਚ ਜਿਹੜਾ ਕੁਆਂਟਸ ਦਾ ਸਾਡਾ ਹਾਲ ਹੋਇਆ, ਉਹਦੇ ਵਿੱਚ 2-3 ਗੱਲਾਂ ਜਿਹੜੀਆਂ ਖਾਸ ਮੈਂ ਕਰਨੀਆਂ ਸੀ ਤੁਹਾਡੇ ਨਾਲ, ਜਿਹੜੀਆਂ 2 ਦਿਨਾਂ ਦੇ ਵਿੱਚ ਬੱਚਿਆਂ ਤੋਂ ਪਤਾ ਲੱਗੀਆਂ ਨੇ। ਕਿ ਇੱਕ ਤਾਂ ਜਿਹੜੀ ਇਹ ਗੱਲ ਬਹੁਤ ਜ਼ਿਆਦਾ ਟਰੈਵਲ ਕੀਤੀ ਹੈ ਕਿ ਭਾਈ ਸੌਖੇ ਸਬਜੈਕਟ ਪੇਪਰ ਦੇ ਵਿੱਚ ਪਹਿਲਾਂ ਕਰ ਲਓ, ਕੁਆਂਟਸ ਅਖੀਰ ਤੇ ਕਰ ਲਓ, ਜਾਂ ਕੁਆਂਟਸ ਆਖਰੀ ਕੁਆਂਟਸ ਤੇ ਰੀਜ਼ਨਿੰਗ ਆਖਰੀ 2 ਸਬਜੈਕਟ ਕਰੋ, ਸੌਖੇ ਸਬਜੈਕਟ ਪਹਿਲਾਂ ਕਰ ਲਓ। ਜੀਕੇ ਦੇਖਣ ਸਾਰ ਆਨਸਰ ਆਉਂਦਾ ਪਹਿਲਾਂ ਕਰ ਲਓ, ਕੰਪਿਊਟਰ ਦੇਖਣ ਸਾਰ ਆਨਸਰ ਆਉਂਦਾ ਪਹਿਲਾਂ ਕਰ ਲਓ, ਅੰਗਰੇਜ਼ੀ ਤੇ ਕੋਈ ਬਹੁਤਾ ਦਿਮਾਗ ਨਹੀਂ ਲੱਗਦਾ, ਦੇਖਣ ਸਾਰ ਪਤਾ ਹੁੰਦਾ ਕਿ ਨਹੀਂ ਆਉਂਦਾ ਪਹਿਲਾਂ ਕਰ ਲਓ। ਬੱਚੇ, ਮੈਨੂੰ ਇਸ ਅਪਰੋਚ ਦੇ ਵਿੱਚ ਇੱਕ ਪ੍ਰੋਬਲਮ ਲੱਗਦੀ ਹੈ। ਇਹ ਪ੍ਰੋਬਲਮੈਟਿਕ ਅਪਰੋਚ ਹੈ। ਇਹਦੇ ਵਿੱਚ ਦਿੱਕਤ ਇਹ ਹੈ ਕਿ ਜਦੋਂ ਸਾਨੂੰ ਸਾਰਿਆਂ ਨੂੰ ਕਲੀਅਰ ਹੈ ਕਿ ਬਾਕੀ ਸਬਜੈਕਟਾਂ ਦੇ ਮੁਕਾਬਲੇ ਅਸੀਂ ਮੈਥ ਨੂੰ ਡਿਫਾਈਨ ਹੀ ਇਸ ਤਰ੍ਹਾਂ ਕਰ ਰਹੇ ਹਾਂ ਕਿ ਭਾਈ ਬਾਕੀ ਸਬਜੈਕਟ ਸਾਡੇ ਦੇਖਣ ਸਾਰ ਹੋ ਜਾਂਦੇ ਨੇ। ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ? ਦੇਖਣ ਸਾਰ ਪਤਾ ਲੱਗ ਜੂ ਇਹ ਹੈ ਜਾਂ ਇਹ ਨਹੀਂ ਹੈਗਾ। ਪੰਜਾਬ ਦੀ ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਸੀ? ਦੇਖਣ ਸਾਰ ਪਤਾ ਲੱਗ ਜੂ ਆਉਂਦਾ ਜਾਂ ਨਹੀਂ ਆਉਂਦਾ, ਇਸ ਸਾਲ 'ਚ ਹੋਈ ਸੀ ਜਾਂ ਇਸ ਸਾਲ 'ਚ ਨਹੀਂ ਸੀ ਹੋਈ। ਤੀਜੀ ਰਾਊਂਡ ਟੇਬਲ ਕਾਨਫਰੰਸ ਕਦੋਂ ਹੋਈ ਸੀ? ਭਗਤ ਸਿੰਘ ਕਿਹੜੀ ਜਥੇਬੰਦੀ ਦੇ ਨਾਲ ਜੁੜਿਆ ਹੋਇਆ ਸੀਗਾ? ਫਲਾਣੀ ਜਥੇਬੰਦੀ ਦੀ ਸਾਨੂੰ ਸ਼ਾਰਟ ਫਾਰਮ ਦੇ ਦੇਣ, ਫੁੱਲ ਫਾਰਮ ਪੁੱਛ ਲੈਣ। ਤਾਂ ਬੱਚੇ, ਇਹ ਸਾਨੂੰ ਦੇਖਣ ਸਾਰ ਆਨਸਰ ਆਉਂਦੇ ਨੇ। ਇਹਨਾਂ ਨੇ ਸਾਡਾ ਦਿਮਾਗ ਨਹੀਂ ਖਰਚਣਾ, ਬਹੁਤਾ ਦਿਮਾਗ ਨੂੰ ਥਕਾਉਣਾ ਨਹੀਂ ਹੈਗਾ। ਮੈਥ ਨੇ ਥੋੜਾ ਜਿਹਾ ਦਿਮਾਗ ਨੂੰ ਥਕਾਉਣਾ, ਸਾਡੀ ਜ਼ਿਆਦਾ ਮਿਹਨਤ ਲੱਗਦੀ ਆ। ਤਾਂ ਜਦੋਂ ਅਸੀਂ 1.5 ਘੰਟਾ ਬਾਕੀ ਸਬਜੈਕਟ ਕਰ ਲਏ, ਤਾਂ ਜਦੋਂ 1.5 ਘੰਟਾ ਪੇਪਰ ਕਰਕੇ ਸਾਡਾ ਦਿਮਾਗ ਕੁਝ ਹੱਦ ਤੱਕ ਥੱਕਿਆ ਹੋਇਆ, ਤਾਂ ਥੱਕੇ ਹੋਏ ਦਿਮਾਗ ਨਾਲ ਅਸੀਂ ਔਖੇ ਸਬਜੈਕਟ ਨੂੰ ਹੱਥ ਪਾਉਂਦੇ ਆ। ਇਹਦੇ ਵਿੱਚ ਪ੍ਰੋਬਲਮ ਹੈ। ਤਾਂ ਇਹ ਜਿੱਥੋਂ ਵੀ ਗੱਲ ਟਰੈਵਲ ਹੋ ਰਹੀ ਹੈ, ਜਿੱਥੋਂ ਵੀ ਇਹ ਕੁਝ ਇੰਸਟੀਚਿਊਟਾਂ ਵੱਲੋਂ ਕਿਹਾ ਜਾ ਰਿਹਾ ਜਾਂ ਕੁਝ ਇੰਡੀਵਿਜੂਅਲ ਟੀਚਰਸ ਵੱਲੋਂ ਕਿਹਾ ਜਾ ਰਿਹਾ ਜਾਂ ਸਟੂਡੈਂਟਸ ਦੀ ਆਪਸੀ ਅਪਰੋਚ ਬਣ ਰਹੀ ਹੈ, ਇਸ ਅਪਰੋਚ ਨੂੰ ਸੁਧਾਰਨ ਦੀ ਲੋੜ ਹੈ। ਪੇਪਰ ਦੇ ਵਿੱਚ ਕੁਆਂਟਸ ਅਖੀਰ ਤੇ ਬਿਲਕੁਲ ਨਹੀਂ ਕਰਨਾ। ਜੇ ਪਹਿਲੇ ਤੇ ਨਹੀਂ ਕਰਨਾ ਤਾਂ ਘੱਟੋ ਘੱਟ ਦੂਜੇ ਤੇ ਕਰੋ। ਕਿ ਤੁਸੀਂ ਜੇ 2 ਘੰਟੇ ਦਾ ਪੇਪਰ ਹੈ, ਉਹਦੇ ਪਹਿਲਾ ਘੰਟਾ ਜਿਹੜਾ ਪਹਿਲਾ ਹਾਫ ਹੈ, ਉਹਦੇ ਵਿੱਚ ਤੁਹਾਡਾ ਕੁਆਂਟਸ ਹੋ ਗਿਆ ਹੋਣਾ ਚਾਹੀਦਾ। ਕੁਆਂਟਸ ਦਾ ਘੱਟੋ ਘੱਟ ਉਹ ਹਿੱਸਾ ਜਿਹੜਾ ਤੁਸੀਂ ਦੇਖਣ ਸਾਰ ਕਹਿ ਸਕਦੇ ਹੋ ਕਿ ਹਾਂ ਮੈਨੂੰ ਪਤਾ ਹੈ ਇਸ ਤਰ੍ਹਾਂ ਹੋਣਾ, ਘੱਟੋ ਘੱਟ ਉਹ ਹਿੱਸਾ ਤਾਂ ਪਹਿਲੇ ਘੰਟੇ 'ਚ ਹੋ ਗਿਆ ਹੋਣਾ ਚਾਹੀਦਾ। ਤਾਂ ਅੱਗੇ ਜਿਹੜੇ ਸਾਡੇ ਸਾਰੇ ਪੇਪਰ ਨੇ, ਉਹਦੇ ਵਿੱਚ ਤੁਸੀਂ ਪੇਪਰ ਨੂੰ ਅਟੈਂਪਟ ਕਰਨ ਲਈ ਲੜੀਵਾਰ ਕਿਹੜੇ ਸੈਕਸ਼ਨ ਨੂੰ ਕਿਵੇਂ ਅਟੈਂਪਟ ਕਰਨਾ ਹੈ, ਇਹਦੀ ਅਪਰੋਚ ਪਟਵਾਰੀ ਦੇ ਪੇਪਰ ਤੋਂ ਇੱਕ ਸਬਕ ਲੈ ਕੇ ਚੇਂਜ ਕਰੋ, ਸੁਧਾਰੋ ਇਹਨੂੰ। ਇਸ ਗੱਲ ਤੇ ਕਾਟਾ ਮਾਰੋ ਕਿ ਕੁਆਂਟਸ ਔਖਾ ਹੈ, ਅਖੀਰ ਤੇ ਕਰ ਲਾਂਗੇ। ਇਹ ਵੈਸੇ ਦਿੱਕਤ ਹੈ, ਔਖੀ ਚੀਜ਼ ਨੂੰ ਅਖੀਰ ਤੇ ਨਹੀਂ ਕਰਨਾ। ਪਰ ਜਿਹੜੇ ਮੇਰੇ ਕੋਲ ਵਿਦਿਆਰਥੀ ਪੜ੍ਹ ਕੇ ਗਏ ਨੇ, ਆਪਾਂ ਬਾਰ-ਬਾਰ ਇਹ ਗੱਲ ਕਰਦੇ ਕਿ ਜਦੋਂ ਤੁਸੀਂ ਸਬਜੈਕਟ ਵਾਈਜ਼ ਆਮ ਦਿਨਾਂ ਦੇ ਵਿੱਚ ਤਿਆਰੀ ਕਰਨੀ ਹੁੰਦੀ ਹੈ, ਉਦੋਂ ਜਿਹੜਾ ਸਬਜੈਕਟ ਤੁਹਾਨੂੰ ਸਭ ਤੋਂ ਔਖਾ ਲੱਗਦਾ ਉਹ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਉਹ ਪੜ੍ਹਨਾ ਹੈਗਾ। ਜਿਹੜੇ ਸਬਜੈਕਟ ਤੇ ਤੁਹਾਡੀ ਕਮਾਂਡ ਬਣੀ ਹੋਈ ਹੈ ਉਹਨੂੰ ਦਿਨ ਦੇ ਅਖੀਰ ਤੇ ਕਰਨਾ ਹੈਗਾ, ਤਾਂ ਕਿ ਅਸੀਂ ਦਿਨ ਦੇ ਪੂਰੀ ਥਕਾਵਟ ਤੋਂ ਬਾਅਦ ਰਾਤ ਨੂੰ ਸੌਣ ਲੱਗਿਆਂ ਥੱਕੇ ਹੋਏ ਵੀ ਉਸ ਸਬਜੈਕਟ ਤੇ ਨਿਗਾਹ ਜੀ ਮਾਰ ਲਈ ਜਿਹੜੇ ਵਿੱਚ ਸਾਡਾ ਹੱਥ ਪਹਿਲਾਂ ਹੀ ਬੈਠਾ ਹੈਗਾ। ਤਾਂ ਇੱਕ ਪਾਸੇ ਅਸੀਂ ਪੂਰੇ ਦਿਨ ਦੇ ਥੱਕੇ ਹੋਏ ਆ, ਇੱਕ ਪਾਸੇ ਸਾਨੂੰ ਮੈਥ ਸਭ ਤੋਂ ਮਾੜਾ ਲੱਗਦਾ ਹੈਗਾ,
ਤਾਂ ਅਸੀਂ ਰਾਤ ਨੂੰ ਮੈਥ ਕਰਦੇ ਉਹੀ ਨਹੀਂ ਚੰਗੇ ਲੱਗਦੇ। ਤਾਂ ਉਹੀ ਸਾਡਾ ਪੂਰੇ ਦਿਨ ਦਾ ਹਿਸਾਬ 2 ਘੰਟੇ ਦੇ ਪੇਪਰ ਦੇ ਵਿੱਚ ਹੁੰਦਾ ਹੈ ਕਿ ਪਹਿਲਾਂ ਤਾਂ ਅਸੀਂ 1.5 ਘੰਟੇ ਦੇ ਵਿੱਚ ਬਾਕੀ ਸਬਜੈਕਟ ਕਰਕੇ ਦਿਮਾਗ ਥਕਾ ਲਿਆ, ਫਿਰ ਅਖੀਰ ਤੇ ਆਖਰੀ ਘੰਟੇ 'ਚ ਜਦੋਂ ਦਿਮਾਗ ਸਭ ਤੋਂ ਵੱਧ ਥੱਕਿਆ ਹੋਇਆ ਉਦੋਂ ਅਸੀਂ ਸਭ ਤੋਂ ਔਖੇ ਸਬਜੈਕਟ ਨੂੰ ਕਰ ਰਹੇ ਹਾਂ। ਇਹਦੇ ਵਿੱਚ ਦਿੱਕਤ ਰਹਿਣੀ ਹੈ। ਆਪੋ ਆਪਣੇ ਪੇਪਰਾਂ ਦੀ ਇੰਟਰੋਸਪੈਕਸ਼ਨ ਕਰੋ, ਨਿਗਾਹ ਮਾਰੋ, ਮਾੜੀ ਜੀ ਪਿੱਛੇ ਝਾਤੀ ਮਾਰੋ। 24-48 ਘੰਟੇ ਪਹਿਲਾਂ ਜਿਹੜਾ ਤੁਸੀਂ ਪੇਪਰ ਦੇ ਕੇ ਆਏ ਹੋ, ਕੀ ਤੁਹਾਡੇ ਵਿੱਚੋਂ ਜਿਹੜੇ ਬੱਚੇ, ਮੈਂ ਉਹਨਾਂ ਬੱਚਿਆਂ ਨੂੰ ਸਨਮੁਖ ਹੋ ਰਿਹਾ, ਉਹਨਾਂ ਬੱਚਿਆਂ ਨੂੰ ਐਡਰੈਸ ਕਰ ਰਿਹਾ ਜਿਹੜੇ ਬੱਚਿਆਂ ਨਾਲ ਇਹ ਦਿੱਕਤ ਆਈ ਕਿ ਭਾਈ ਸਾਨੂੰ ਤਿਆਰ ਕੀਤਾ ਹੋਇਆ ਹੈਗਾ ਸੀ, ਸਾਡੀ ਤਿਆਰੀ ਸੀ ਪਰ ਪੇਪਰ 'ਚ ਨਹੀਂ ਹੋਇਆ, ਤਾਂ ਮਾੜੀ ਜੀ ਨਿਗਾਹ ਮਾਰ ਕੇ ਦੇਖੋ ਵੀ ਤੁਸੀਂ ਪੇਪਰ ਦੇ ਕਿਹੜੇ ਸਮੇਂ ਦੇ ਵਿੱਚ ਉਹ ਮੈਥ ਕਰ ਰਹੇ ਹੋ। ਕੀ ਮੂਰਲੇ ਅੱਧੇ ਘੰਟੇ ਪੌਣੇ ਘੰਟੇ 'ਚ ਕਰ ਰਹੇ ਹੋ ਜਾਂ ਪਿਛਲੇ ਅੱਧੇ ਪੌਣੇ ਘੰਟੇ 'ਚ ਕਰ ਰਹੇ ਹੋ। ਤਾਂ ਉੱਥੋਂ ਕਾਫੀ ਸਬਕ ਮਿਲਣਗੇ ਜਿਹੜੇ ਤੁਸੀਂ ਅਗਲੇ ਪੇਪਰਾਂ ਦੇ ਵਿੱਚ ਸੁਧਾਰ ਸਕਦੇ ਹੋ। ਸਬ ਇੰਸਪੈਕਟਰ ਦਾ ਪੇਪਰ ਬੱਚੇ ਬਿਲਕੁਲ ਸਿਰ ਦੇ ਉੱਤੇ ਹੈ। ਸਬ ਇੰਸਪੈਕਟਰ ਪੰਜਾਬ ਦੇ ਪੇਪਰਾਂ ਦੇ ਵਿੱਚੋਂ ਪਹਿਲੀ ਵਾਰ ਜਾਂ ਦੂਜੀ ਵਾਰ ਕੋਈ ਆਨਲਾਈਨ ਪੇਪਰ ਹੋ ਰਿਹਾ, ਤਾਂ ਇਹਦੇ ਵਿੱਚ ਤੁਹਾਨੂੰ ਇਹ ਧਿਆਨ 'ਚ ਦੇਖਣਾ ਪੈਣਾ ਹੈਗਾ ਕਿ ਸਿਲੇਬਸ ਤਿਆਰ ਕਰਨ ਤੋਂ ਬਾਅਦ ਕਿਤੇ ਸਾਨੂੰ ਉੱਥੇ ਮਾਊਸ ਨਾ ਚਲਾਉਣਾ ਹੋਵੇ, ਇਹਦੀ ਦਿੱਕਤ ਰਹਿ ਜੇ। ਤਾਂ ਇਹਦੇ ਵੱਲ ਥੋੜਾ ਜਿਹਾ ਧਿਆਨ ਦਿਓ। ਅਗਲੇ ਜਿਹੜੇ ਸਾਡੇ ਪੇਪਰ ਨੇ, ਕੋਆਪਰੇਟਿਵ ਬੈਂਕ ਤਾਂ ਚਲੋ ਇਸ ਮਹੀਨੇ ਦੇ ਅਖੀਰ ਤੇ ਹੋ ਜਾਣਾ, ਉਸ ਤੋਂ ਅਗਲੇ ਮਹੀਨੇ ਦੇ ਜਿਹੜੇ ਸਾਡੇ ਪੇਪਰ ਨੇ, ਮੈਂ ਅੱਜ ਇਸ ਵੀਡੀਓ ਰਾਹੀਂ ਦੋ ਚੀਜ਼ਾਂ ਤੇ ਜ਼ਰੂਰੀ ਗੱਲ ਕਰਨੀ ਹੈ। ਇੱਕ ਤਾਂ ਜਿਹੜੀ ਅਸੀਂ ਤਿਆਰੀ ਕਰ ਰਹੇ ਹਾਂ, ਚਾਹੇ ਕੁਝ ਹੱਦ ਤੱਕ ਹੋਗੀ, ਚਾਹੇ ਸਾਰੀ ਹੋਗੀ, ਚਾਹੇ ਬਿਲਕੁਲ ਸ਼ੁਰੂ ਕੀਤੀ, ਚਾਹੇ ਹਲੇ ਸੋਚ ਰਹੇ ਹਾਂ ਸ਼ੁਰੂ ਕਰਨ ਬਾਰੇ, ਮੈਂ ਜਿਸ ਵੀ ਪੋਜੀਸ਼ਨ ਤੇ ਅਸੀਂ ਖੜੇ ਹਾਂ, ਕਿਤਾਬਾਂ ਬਾਰੇ ਥੋੜੀ ਜਿਹੀ ਗੱਲ ਕਰਨੀ ਹੈ ਕਿ ਇੰਪੋਰਟੈਂਟ ਕਿਤਾਬਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਫੋਲੋ ਕਰਕੇ ਥੋੜਾ ਜਿਹਾ ਸਿਲੇਬਸ ਕਾਬੂ 'ਚ ਲਿਆ ਸਕਦੇ ਹਾਂ। ਦੂਜਾ, ਕੁਝ ਬੈਚ ਦੇ ਡਿਟੇਲਸ ਜਿਹੜੇ ਮੈਂ ਸ਼ੁਰੂ ਕਰਨ ਲੱਗਾ, ਬੈਚਸ ਦੀ ਗੱਲ ਕਰਾਂਗੇ। ਮੈਂ ਕੁਆਂਟਸ ਦਾ ਟੀਚਰ ਹਾਂ। ਹਾਂਜੀ, ਕਿਤਾਬਾਂ ਦੇ ਮਾਮਲੇ 'ਚ ਆਪਾਂ ਪਹਿਲਾਂ ਥੋੜੀ ਜਨਰਲ ਗੱਲ ਕਰੀਏ ਕਿ ਜਨਰਲ ਸਾਡੇ ਕਿਹੜੇ ਸਿਲੇਬਸ ਨੇ ਜਿਹੜੇ ਸਾਰੇ ਪੇਪਰਾਂ ਦੇ ਵਿੱਚ ਕੰਮ ਆਉਂਦੇ ਨੇ। ਜਿਵੇਂ ਸਭ ਨੂੰ ਪਤਾ ਅੰਗਰੇਜ਼ੀ ਸਾਰੇ ਪੇਪਰਾਂ 'ਚ ਕੰਮ ਆਉਂਦੀ ਹੈ, ਕੁਆਂਟਸ ਸਾਰੇ ਪੇਪਰਾਂ ਦੇ ਵਿੱਚ ਆਉਂਦਾ ਹੈ। ਸਾਡੇ ਪਟਵਾਰੀ ਦੇ ਵਿੱਚ DI ਨਹੀਂ ਆਈ, ਪਰ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ ਸਾਡੀ ਡਾਟਾ ਇੰਟਰਪ੍ਰੀਟੇਸ਼ਨ DI ਆਉਣੀ ਹੈ। ਐਕਸਾਈਜ਼ ਦੇ ਪੇਪਰ 'ਚ ਸਾਡੀ DI ਆਉਣੀ ਹੈ, ਤਾਂ DI ਦੀ ਵੀ ਗੱਲ ਕਰ ਲਾਂਗੇ ਨਾਲ। ਰੀਜ਼ਨਿੰਗ ਸਾਰੇ ਪੇਪਰਾਂ 'ਚ। ਜਨਰਲ ਸਟੱਡੀਜ਼ ਦੇ ਵਿੱਚ ਸਾਡੇ ਹਿਸਟਰੀ, ਜਿਓਗ੍ਰਾਫੀ, ਪੋਲਿਟੀ ਵਰਗੇ ਸਬਜੈਕਟ ਤੇ GK ਕਰੰਟ ਅਫੇਅਰ ਵਰਗੇ ਸਬਜੈਕਟ, ਇਹਨਾਂ ਦੀ ਗੱਲ ਕਰ ਲੈਂਦੇ ਆ। ਹਾਂਜੀ ਬੱਚੇ, ਸਬਜੈਕਟ ਵਾਈਜ਼ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਰੀਜ਼ਨਿੰਗ ਦਾ ਸਬਜੈਕਟ ਆ, ਰੀਜ਼ਨਿੰਗ ਨੋ ਡਾਊਟ ਥੋੜਾ ਬਹੁਤ ਸੋਲਵ ਕਰਕੇ ਸਾਡਾ ਆਨਸਰ ਆਉਂਦਾ ਹੁੰਦਾ ਹੈ, ਪਰ ਕੋਈ ਇੰਨਾ ਔਖਾ ਨਹੀਂ ਹੈਗਾ ਕਿ ਸਾਡੇ ਦਿਮਾਗ ਤੇ ਕੋਈ ਬਹੁਤਾ ਪ੍ਰੈਸ਼ਰ ਪੈ ਰਿਹਾ। ਤੁਸੀਂ ਜੇ ਰੀਜ਼ਨਿੰਗ ਦੀਆਂ ਕਲਾਸਾਂ ਲੈਣੀਆਂ ਤੁਹਾਨੂੰ ਜ਼ਰੂਰੀ ਲੱਗਦੀਆਂ ਨੇ ਤਾਂ ਰੀਜ਼ਨਿੰਗ ਦੇ ਚੰਗੇ ਟੀਚਰ ਦੀਆਂ ਕੋਈ ਕਲਾਸਾਂ ਲੈ ਲਓ। ਅਦਰਵਾਈਜ਼ ਰੀਜ਼ਨਿੰਗ ਦੀ ਆਪਣੀ ਚਾਹੇ ਅਰਿਹਾਂਤ ਦੀ ਕਿਤਾਬ ਲੈ ਲਓ, ਚਾਹੇ RS ਅਗਰਵਾਲ ਕਿਤਾਬ ਲੈ ਲਓ। ਰੀਜ਼ਨਿੰਗ ਤੁਸੀਂ ਇਹ ਦੇਖੋ, ਪੰਜਾਬ ਦੇ ਪੇਪਰਾਂ ਦੇ ਵਿੱਚ ਤਾਂ ਖਾਸ ਕਰਕੇ ਐਨਾਲਿਟੀਕਲ ਰੀਜ਼ਨਿੰਗ ਪੁੱਛੀ ਜਾਂਦੀ ਹੈ। ਜਿਹੜੇ ਬੱਚੇ ਤੁਹਾਡੇ ਵਿੱਚੋਂ ਬੈਂਕਿੰਗ ਦੀ ਤਿਆਰੀ ਕਰਦੇ ਨੇ, ਮਤਲਬ ਬੈਂਕਿੰਗ ਦੇ ਵਿੱਚ ਮੈਂ IBPS ਜਾਂ SBI ਦੀ ਗੱਲ ਕਰਦਾ, ਉੱਥੇ ਵਰਬਲ ਰੀਜ਼ਨਿੰਗ, ਨਾਨ ਵਰਬਲ ਰੀਜ਼ਨਿੰਗ, ਵਰਬਲ ਜ਼ਿਆਦਾਤਰ ਪੁੱਛੀ ਜਾਂਦੀ ਹੈ। ਤਾਂ ਜਿਹੜੀ ਵੀ ਰੀਜ਼ਨਿੰਗ ਤੁਹਾਡੇ ਆਪਣੇ ਐਗਜ਼ਾਮ ਦੇ ਵਿੱਚ ਕੰਮ ਆਉਂਦੀ ਹੈ, ਉਹਦੀ ਕਿਤਾਬ ਖੈਰ RS ਅਗਰਵਾਲ ਦੀ ਵੀ ਠੀਕ ਹੈ, ਅਰਿਹਾਂਤ ਦੀ ਵੀ ਠੀਕ ਆ, ਇਹਨਾਂ ਦੋਨਾਂ 'ਚ ਕੋਈ ਕਿਤਾਬ ਲੈ ਲਓ। ਇਹਨਾਂ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਤਿਆਰ ਕਰੋ ਕਿ ਇੱਕ ਵਾਰ ਤਿਆਰ ਕੀਤੀ ਹੋਈ ਚੀਜ਼ ਨੂੰ ਅਸੀਂ ਹਫ਼ਤੇ 'ਚ 2 ਵਾਰ ਨਿਗਾਹ ਮਾਰੀਏ। ਜਿਹੜੀ ਆਪਾਂ ਪਿਛਲੀ ਵੀਡੀਓ 'ਚ ਵੀ ਗੱਲ ਕਰਦੇ ਕਿ ਕੁਝ ਸਾਡੇ ਬੱਚੇ ਸਬਜੈਕਟ ਇਹੋ ਜਿਹੇ ਨੇ ਕਿ ਜਿਨ੍ਹਾਂ ਨੂੰ ਅਸੀਂ ਡੇਲੀ ਨਹੀਂ ਪੜ੍ਹਨਾ ਹੈਗਾ। ਇਹ ਬਹੁਤ ਕਲੀਅਰ ਦਿਮਾਗ ਦੇ ਵਿੱਚ ਰੱਖਣਾ ਹੈ। ਕਿਸੇ ਚੀਜ਼ ਨੂੰ ਲੋੜ ਤੋਂ ਘੱਟ ਪੜ੍ਹਨਾ ਵੀ ਮਾੜਾ ਹੈ ਤੇ ਕਿਸੇ ਚੀਜ਼ ਨੂੰ ਲੋੜ ਤੋਂ ਵੱਧ ਪੜ੍ਹਨਾ ਵੀ ਮਾੜਾ ਹੈ। ਤਾਂ ਰੀਜ਼ਨਿੰਗ ਇੱਕ ਵਾਰ ਜਦੋਂ ਤੁਹਾਡੀ ਤਿਆਰ ਹੋ ਗਈ ਤਾਂ ਉਸ ਤੋਂ ਬਾਅਦ ਰੀਜ਼ਨਿੰਗ ਨੂੰ ਤੁਸੀਂ ਡੇਲੀ ਨਹੀਂ ਪੜ੍ਹਨਾ ਹੈਗਾ। ਜਾਂ ਤਾਂ ਤਿਆਰ ਨਹੀਂ ਹੋਈ ਫਿਰ ਤਾਂ ਡੇਲੀ ਪੜ੍ਹੋ, ਸਮਾਂ ਕੱਢੋ ਘੰਟੇ ਜਾਂ 1.5 ਘੰਟੇ ਦਾ, ਪਰ ਜਦੋਂ ਇੱਕ ਵਾਰ ਸਿਲੇਬਸ ਤਿਆਰ ਹੋ ਗਿਆ ਫਿਰ ਤੁਸੀਂ ਹਫ਼ਤੇ 'ਚ 3 ਦਿਨ ਮਿਥ ਲਓ ਵੀ ਭਾਈ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਮੈਂ 1.5 ਘੰਟਾ ਜਾਂ 2 ਘੰਟੇ ਰੀਜ਼ਨਿੰਗ ਦੀ ਰਿਵੀਜ਼ਨ ਕਰਨੀ ਹੈ। ਸਾਰੇ ਦਿਨ, ਹਫ਼ਤੇ ਦੇ ਸਾਰੇ ਦਿਨ ਨਹੀਂ ਕਰਨੀ ਹੈਗੀ। ਦੂਜਾ ਸਬਜੈਕਟ ਸਾਡਾ ਕੰਪਿਊਟਰ ਦਾ। ਕੰਪਿਊਟਰ ਦੇ ਵਿੱਚ ਮਤਲਬ ਵੈਸੇ ਕੰਪਿਊਟਰ ਦੇ ਕਾਫੀ ਬੱਚਿਆਂ ਨੇ ਤਾਂ ਨੋਟਸ ਡਾਊਨਲੋਡ ਕੀਤੇ ਹੋਣਗੇ ਕਿਸੇ ਨਾ ਕਿਸੇ ਥਾਂ ਤੋਂ। ਕੰਪਿਊਟਰ ਦੇ ਵਿੱਚ 2 ਚੀਜ਼ਾਂ ਵੱਲ ਧਿਆਨ ਦਿਓ। ਕੰਪਿਊਟਰ ਦਾ ਸਿਲੇਬਸ ਸਾਨੂੰ ਬਿਲਕੁਲ ਸਰਟੇਨਿਟੀ ਨਹੀਂ ਹੈਗੀ ਕਿ ਕੰਪਿਊਟਰ ਦਾ ਸਿਲੇਬਸ ਕਦੇ ਸੌਖੇ ਕੁਐਸਚਨ ਪਾ ਦਿੰਦੇ ਕਿਸੇ ਪੇਪਰ 'ਚ। ਜ਼ਿਆਦਾਤਰ ਪੰਜਾਬ ਵਾਲਿਆਂ ਦਾ ਇਤਿਹਾਸ ਹੈ ਕਿ ਸੌਖੇ ਪੇਪਰ ਘੱਟ ਪਾਏ ਨੇ, ਸੌਖੇ ਕੁਐਸਚਨ ਘੱਟ ਪਾਏ ਨੇ। ਮਤਲਬ 2015-17 ਦਾ ਜਿਹੜਾ ਪੀਰੀਅਡ ਆ ਉਹਦੇ ਵਿੱਚ ਪੰਜਾਬ ਦੇ ਪੇਪਰਾਂ 'ਚ ਕੰਪਿਊਟਰ ਦਾ ਸੈਕਸ਼ਨ ਬਹੁਤ ਔਖਾ ਗਿਣਿਆ ਜਾਂਦਾ ਸੀ। 15 ਚੋਂ 3 ਜਾਂ 4 ਕੁਐਸਚਨ ਐਕਸਲ ਦੇ ਪਾ ਦਿੰਦੇ ਹੁੰਦੇ ਸੀ। ਤਾਂ ਇਸ ਕਰਕੇ ਆਪਣੀ ਅਰਿਹਾਂਤ ਦੀ ਕਿਤਾਬ ਮਾਰਕੀਟ ਦੇ ਵਿੱਚ ਬਹੁਤ ਈਜ਼ੀਲੀ ਅਵੇਲੇਬਲ ਆ, ਜਾਂ ਕੋਈ ਨੋਟਸ ਤੁਸੀਂ ਡਾਊਨਲੋਡ ਕਰ ਲੈਣੇ, ਜਿਹੜੇ ਕੰਪਿਊਟਰ ਦੇ ਨੋਟਸ ਮਿਲ ਜਾਣਗੇ, ਹੈਂਡ ਰਿਟਨ ਨੋਟਸ ਮਿਲ ਜਾਣ ਉਹ ਵੀ ਚੰਗੀ ਗੱਲ ਹੈ, ਅਦਰਵਾਈਜ਼ ਪ੍ਰਿੰਟਡ ਨੋਟਸ ਮਿਲ ਜਾਣਗੇ। ਉਹਦੇ ਤੋਂ ਇੱਕ ਵਾਰ ਸਿਲੇਬਸ ਤਿਆਰ ਕਰੋ। ਅਰਿਹਾਂਤ ਦੀ ਕਿਤਾਬ ਚੰਗੀ ਹੈ, ਅਦਰਵਾਈਜ਼ ਨੈਟ ਤੇ ਬਹੁਤ ਜ਼ਿਆਦਾ ਨੋਟਸ ਵੀ ਅਵੇਲੇਬਲ ਨੇ। ਇੱਕ ਵਾਰ ਸਿਲੇਬਸ ਤਿਆਰ ਕਰੋ ਤੇ ਹਫ਼ਤੇ 'ਚ 2 ਦਿਨ ਉਹਨੂੰ ਪੜ੍ਹੋ। ਉਹਦੇ ਵਿੱਚ ਵੀ ਜਦੋਂ ਇੱਕ ਵਾਰ ਸਾਰਾ ਸਿਲੇਬਸ ਤਿਆਰ ਹੋ ਗਿਆ, ਹਫ਼ਤੇ 'ਚ 2 ਦਿਨ ਤੋਂ ਜ਼ਿਆਦਾ ਕੰਪਿਊਟਰ ਨਹੀਂ ਕਰਨਾ, ਪਰ 2 ਦਿਨ ਤੁਸੀਂ ਸਿਲੇਬਸ ਤੇ ਨਿਗਾਹ ਤਾਂ ਮਾਰਨੀ ਹੈ। ਨੈਟ ਦੇ ਉੱਤੇ ਤੁਹਾਨੂੰ ਬਹੁਤ ਜ਼ਿਆਦਾ ਕੁਐਸਚਨਰਸ ਅਵੇਲੇਬਲ ਮਿਲਣਗੇ। ਮਤਲਬ ਕੰਪਿਊਟਰ ਦਾ ਸਿਲੇਬਸ ਬੱਚੇ ਕੀ ਹੈ, ਜਿਹੜੇ ਥਿਓਰੈਟੀਕਲ ਸਬਜੈਕਟ ਨੇ ਸਾਡੇ, ਉਹ ਚਾਹੇ ਬੈਂਕਿੰਗ ਦੇ ਕਿਸੇ ਪੇਪਰ 'ਚ ਆ ਰਿਹਾ, ਚਾਹੇ SSC 'ਚ ਆ ਰਿਹਾ, ਚਾਹੇ ਤੁਹਾਡਾ ਪੰਜਾਬ ਸਟੇਟ ਜਾਂ ਸੈਂਟਰ ਦੇ ਕਿਸੇ ਐਗਜ਼ਾਮ ਦੇ ਵਿੱਚ ਆ ਰਿਹਾ, ਕੰਪਿਊਟਰ ਦਾ ਸਿਲੇਬਸ ਸੇਮ ਹੈ।
ਕੋਈ ਵੀ ਕੁਐਸਚਨਰ ਮਿਲਦਾ ਹੈ, ਉਹ ਕੁਐਸਚਨਰ ਕਰੋ। ਤੇ ਕੁਐਸਚਨਰ ਵੀ ਇਹ ਨਹੀਂ ਹੈਗਾ ਕਿ ਡੇਲੀ 200 ਕੁਐਸਚਨ ਕਰ ਰਹੇ ਹੋ, ਡੇਲੀ 30 ਕੁਐਸਚਨ ਕਰੋ। ਇਸ ਤੋਂ ਜ਼ਿਆਦਾ ਕਰਨੇ ਮਾੜੀ ਗੱਲ ਆ। 30 ਕੁਐਸਚਨ ਕਰੋ, ਕੱਲੀਆਂ ਗਲਤੀਆਂ ਤੇ ਧਿਆਨ ਦਿਓ। ਜਿਹੜੇ ਸਹੀ ਹੋਗੇ ਉਹ ਸਹੀ ਤੁੱਕੇ ਨਾਲ ਨਹੀਂ ਹੋਣੇ ਚਾਹੀਦੇ, ਸਹੀ ਸਾਨੂੰ ਆਉਂਦੇ ਸੀ ਤਾਂ ਸਹੀ ਹੋਣੇ ਚਾਹੀਦੇ ਨੇ। ਕਿਹੜੇ ਅਟੈਂਪਟ ਕੀਤੇ ਗਲਤ ਹੋ ਗਏ, ਕਿਹੜੇ ਅਟੈਂਪਟ ਨਹੀਂ ਕਰ ਸਕੇ ਨਹੀਂ ਉਹਦੇ, ਉਹਨਾਂ ਤੇ ਥੋੜਾ ਜਿਹਾ ਧਿਆਨ ਦਿਓ। ਜਿਹੜੇ ਸਹੀ ਨੇ ਉਹ ਤਾਂ ਸਹੀ ਹੈਗੇ, ਉਹ ਤਾਂ ਦਿਮਾਗ 'ਚ ਹੈਗੇ ਨੇ। ਗਲਤ ਤੇ ਧਿਆਨ ਦਿਓ ਤੇ ਜਿਹੜੇ ਅਟੈਂਪਟ ਨਹੀਂ ਅਸੀਂ ਕਰ ਸਕੇ ਉਹਨਾਂ ਤੇ ਧਿਆਨ ਦਿਓ। ਤੇ ਹਫਤੇ ਦੇ ਵਿੱਚ 2 ਦਿਨ ਬੰਨ ਲਓ ਸਿਲੇਬਸ ਇੱਕ ਵਾਰ ਕਰਨ ਤੋਂ ਬਾਅਦ ਕਿ ਇਹ 2 ਦਿਨ ਦੇ ਵਿੱਚ ਅਸੀਂ ਜਿਹੜੇ 7 ਦਿਨ 30 ਕੁਐਸਚਨ ਕੀਤੇ, 30 ਕੁਐਸਚਨ ਅਸੀਂ 20 ਤੋਂ 25 ਮਿੰਟਾਂ 'ਚ ਕਰ ਸਕਦੇ ਹਾਂ। ਅਗਲੇ 15 ਮਿੰਟਾਂ ਦੇ ਵਿੱਚ ਉਹਨਾਂ ਦਾ ਐਨਾਲਿਸਿਸ ਕਰ ਸਕਦੇ ਹਾਂ। ਡੇਲੀ ਪੌਣਾ ਕੁ ਘੰਟਾ ਲਾ ਕੇ ਅਸੀਂ ਕੰਪਿਊਟਰ ਕਰ ਰਹੇ ਹਾਂ ਤੇ ਹਫਤੇ ਦੇ 2 ਦਿਨ ਅਸੀਂ ਉਹ 30 ਕੁਐਸਚਨ ਜਿਹੜੇ 7 ਦਿਨਾਂ 'ਚ 200 ਕੁਐਸਚਨ ਕੀਤਾ ਹੋਊਗਾ ਉਹਦਾ 2 ਦਿਨ 100 ਕੁਐਸਚਨਾਂ ਦਾ ਐਨਾਲਿਸਿਸ ਕਰ ਲਿਆ ਕਰੋ। ਤੀਜਾ ਸਬਜੈਕਟ ਬੱਚੇ ਸਾਡਾ ਇੰਗਲਿਸ਼ ਦਾ ਆ ਜਾਂਦਾ। ਇੰਗਲਿਸ਼ ਸਾਰੇ ਪੇਪਰਾਂ 'ਚ ਸਿਲੇਬਸ ਸੇਮ ਹੈ, ਮਤਲਬ ਲੈਂਗੁਏਜ ਹੈ। ਖੈਰ ਪੰਜਾਬੀ ਵੀ ਲੈਂਗੁਏਜ ਹੈ, ਪਰ ਪੰਜਾਬੀ ਸਿਰਫ ਪੰਜਾਬ ਦੇ ਪੇਪਰਾਂ 'ਚ ਆਉਂਦੀ ਹੈ। ਇੰਗਲਿਸ਼ ਤਾਂ ਸਾਡੀ ਬੈਂਕਿੰਗ ਦੇ ਸੈਂਟਰ ਦੇ ਜਿਹੜੇ ਐਗਜ਼ਾਮ ਨੇ, ਐਸਐਸਸੀ, ਸੈਂਟਰ ਗਵਰਨਮੈਂਟ ਦੇ ਹੋਰ ਜਿਹੜੇ ਇੰਡੀਵਿਜੂਅਲ ਐਗਜ਼ਾਮਸ ਇੰਟੈਲੀਜੈਂਸ ਬਿਊਰੋ ਵਰਗੇ ਨਿਕਲਦੇ ਨੇ, ਜਾਂ ਸਾਡੇ ਸਟੇਟ ਗਵਰਨਮੈਂਟ ਦੇ ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਜਿੰਨੇ ਵੀ ਐਗਜ਼ਾਮ ਨਿਕਲਦੇ ਨੇ, ਅੰਗਰੇਜ਼ੀ ਸਾਰਿਆਂ ਦੇ ਵਿੱਚ ਆਉਂਦੀ ਹੈ। ਤਾਂ ਅੰਗਰੇਜ਼ੀ ਦੀਆਂ 2 ਜਾਂ 3 ਕਿਤਾਬਾਂ ਮਾਰਕੀਟ ਦੇ ਵਿੱਚ ਖੈਰ ਸਾਰਿਆਂ ਨੇ ਸੁਣੀਆਂ ਹੋਣਗੀਆਂ। ਤੁਹਾਡੇ ਵਿੱਚੋਂ ਜਿਹੜੇ ਬੱਚੇ ICSE ਬੋਰਡ 'ਚ ਪੜ੍ਹੇ ਨੇ ਉਹ ਤਾਂ ਆਪਣੀ ICSE ਵਾਲੀ ਕਿਤਾਬ ਚੱਕ ਲਓ, ਉਹੀ ਠੀਕ ਆ। ਅਦਰਵਾਈਜ਼ ਆਪਣੇ ਵੱਲੋਂ ਜੇ ਤੁਸੀਂ ਨਵੀਂ ਕਿਤਾਬ ਲੈਣੀ ਹੈ ਤੇ ਨਵੇਂ ਸਿਰੇ ਤੋਂ ਸਿਲੇਬਸ ਕਰਨਾ। ਅੰਗਰੇਜ਼ੀ ਦਾ ਸਿਲੇਬਸ ਬੱਚੇ ਮੈਂ ਪਿਛਲੀ ਵੀਡੀਓ 'ਚ ਵੀ ਕਹਿ ਰਿਹਾ, ਮਤਲਬ ਮੇਰਾ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਬੱਚਿਆਂ ਨੂੰ ਪੜਾਉਣ ਦਾ ਤਜਰਬਾ ਹੈ, ਜਿਹਦੇ ਵਿੱਚ ਮੈਂ ਇਹ ਦੇਖਿਆ ਕਿ ਬਾਕੀ ਦੋਨਾਂ ਸਟੇਟਾਂ ਦੇ ਮੁਕਾਬਲੇ ਪੰਜਾਬ ਵਾਲੇ ਬੱਚਿਆਂ ਦੀ ਕੰਪੈਰੀਟਿਵਲੀ ਮੁਕਾਬਲਤਨ ਅੰਗਰੇਜ਼ੀ ਠੀਕ ਆ, ਪਰ ਉਹ ਇੰਨੀ ਵੀ ਠੀਕ ਨਹੀਂ ਹੈਗੀ ਕਿ ਅਸੀਂ ਦਾਅਵਾ ਕਰ ਲਈਏ ਕਿ ਜੋ ਮਰਜ਼ੀ ਪੁੱਛ ਲਓ ਆ ਜਾਊਗਾ। ਕੁਝ ਹੱਦ ਤੱਕ ਠੀਕ ਆ। ਤਾਂ ਅੰਗਰੇਜ਼ੀ ਜੇ ਤੁਸੀਂ ਇਸ ਸਥਿਤੀ 'ਚ ਫਸੇ ਹੋਏ ਹੋ, ਮਤਲਬ ਤੁਹਾਡੇ ਅੱਗੇ ਇਹ ਕ੍ਰਾਈਸਿਸ ਖੜਾ ਹੈ ਕਿ ਤੁਸੀਂ ਸਾਰੇ ਦੇ ਸਾਰੇ ਨੰਬਰ ਲੈਣੇ ਨੇ ਅੰਗਰੇਜ਼ੀ 'ਚ, ਤਾਂ ਤੁਹਾਨੂੰ ਪੇਪਰ ਸ਼ੋਰ ਦਿਖਦਾ ਹੈ, ਤਾਂ ਅੰਗਰੇਜ਼ੀ 'ਚ ਸਾਰੇ ਦੇ ਸਾਰੇ ਨੰਬਰ ਲੈਣੇ ਬਹੁਤ ਈਜ਼ੀਲੀ ਪੋਸੀਬਲ ਨੇ। ਮੈਂ ਤੁਸੀਂ ਅੰਗਰੇਜ਼ੀ ਦੀਆਂ 3 ਕਿਤਾਬਾਂ ਹੁੰਦੀਆਂ ਨੇ ਮਾਰਕੀਟ ਦੇ ਵਿੱਚ। ਸਭ ਤੋਂ ਚੰਗੀ ਕਿਤਾਬ ਹੈ ਅਰੀਹਾਂਤ ਵਾਲਿਆਂ ਨੇ ਛਾਪੀ ਹੋਈ ਹੈ SP ਬਖਸ਼ੀ ਦੀ, ਮਤਲਬ ਅਰੀਹਾਂਤ ਪਬਲੀਕੇਸ਼ਨ ਹੈ, SP ਬਖਸ਼ੀ ਉਹਦਾ ਟੀਚਰ ਹੈਗਾ, ਆਥਰ ਹੈਗਾ। SP ਬਖਸ਼ੀ ਦੀ ਕਿਤਾਬ ਆਪਣੇ ਆਪ 'ਚ ਚੰਗੀ ਆ। ਮੈਂ ਜਦੋਂ ਆਪ ਤਿਆਰੀ ਕਰਦਾ ਸੀਗਾ, ਮੇਰਾ SSC 2015 ਕਲੀਅਰ ਹੋਇਆ ਸੀ, SSC 2017 ਕਲੀਅਰ ਹੋਇਆ ਸੀ, ਮੈਂ ਆਪ SP ਬਖਸ਼ੀ ਤੋਂ ਪੜ੍ਹਿਆ ਸੀਗਾ। SP ਬਖਸ਼ੀ ਤੋਂ ਬਿਨਾਂ ਮਤਲਬ ਜਿਹੜੀ KD ਕੈਂਪਸ ਦੀ ਓਨਰ ਹੈ ਨੀਤੂ ਸਿੰਘ, ਉਹਦੀ ਕਿਤਾਬ ਜਿਹੜੀ ਪਹਿਲਾਂ ਪੈਰਾਮਾਊਂਟ ਦੇ ਨਾਮ ਤੋਂ ਮਸ਼ਹੂਰ ਸੀ, ਪਲਿੰਥ ਟੂ ਪੈਰਾਮਾਊਂਟ, ਉਹ ਬਾਅਦ ਵਿੱਚ ਮਤਲਬ KD ਕੈਂਪਸ ਚਲ ਗਈ। ਨੀਤੂ ਸਿੰਘ ਉਹਦੀ ਆਥਰ ਹੈ। ਨੀਤੂ ਸਿੰਘ ਦੀ ਕਿਤਾਬ ਵੀ ਚੰਗੀ ਹੈ। ਮਤਲਬ SP ਬਖਸ਼ੀ ਤੇ ਨੀਤੂ ਸਿੰਘ ਦੀ ਕਿਤਾਬ 19-21 ਦੇ ਫਰਕ ਤੇ ਨੇ, ਤੇ ਸਾਨੂੰ ਇਹ ਔਖਾ ਡਿਸਾਈਡ ਕਰਨਾ ਕਿ 19 ਕਿਹਨੂੰ ਕਹੀਏ ਤੇ 21 ਕਿਹਨੂੰ ਕਹੀਏ। ਮੈਂ ਦੋਨੇ ਕਿਤਾਬਾਂ ਇੱਕੋ ਜਿਹੇ ਲੈਵਲ ਤੇ ਨੇ ਤੇ ਦੋਨੇ ਹੀ ਚੰਗੀਆਂ ਨੇ। ਤੁਸੀਂ ਦੋਨਾਂ ਚੋਂ ਜਿਹੜੀ ਮਰਜ਼ੀ, ਮਤਲਬ ਈਜ਼ੀਲੀ ਅਵੇਲੇਬਲ ਨੇ। ਅਰੀਹਾਂਤ ਥੋੜੀ ਜ਼ਿਆਦਾ ਈਜ਼ੀਲੀ ਅਵੇਲੇਬਲ ਹੈ। ਅਰੀਹਾਂਤ ਦੀ SP ਬਖਸ਼ੀ ਦੀ ਕਿਤਾਬ ਲੈ ਸਕਦੇ ਹੋ। ਇਸ ਤੋਂ ਬਿਨਾਂ ਕੁਝ ਬੱਚਿਆਂ ਕੋਲ ਹੋ ਸਕਦਾ ਘਰੇ ਰੈਨਨ ਮਾਰਟਿਨ ਦੀ ਕਿਤਾਬ ਪਈ ਹੋਵੇ, ਰੈਨਨ ਮਾਰਟਿਨ ਦੀ ਕਿਤਾਬ ਵੀ ਚੰਗੀ ਆ। ਪਰ ਜੇ ਤੁਹਾਡੇ ਕੋਲ ਕੋਈ ਕਿਤਾਬ ਨਹੀਂ ਹੈਗੀ ਤੇ ਤੁਹਾਨੂੰ ਕਿਤਾਬ ਲੈਣ ਦੀ ਲੋੜ ਲੱਗਦੀ ਆ, ਤਾਂ ਤੁਸੀਂ ਆਪਣਾ SP ਬਖਸ਼ੀ ਨੂੰ ਤਰਜੀਹ ਦਿਵੋ। SP ਬਖਸ਼ੀ ਜ਼ਿਆਦਾ ਚੰਗੀ ਕਿਤਾਬ ਹੈ। ਨੀਤੂ ਸਿੰਘ ਜੇ ਤੁਹਾਡੇ ਸ਼ਹਿਰ 'ਚ ਮਿਲਦੀ ਹੈ, ਨੀਤੂ ਸਿੰਘ ਵੀ ਲੈ ਸਕਦੇ ਹੋ। ਅਗਲਾ ਆਪਣਾ ਆ ਗਿਆ ਜਨਰਲ ਸਟੱਡੀਜ਼ ਦਾ ਸਬਜੈਕਟ। ਜਨਰਲ ਸਟੱਡੀਜ਼ ਦੇ ਵਿੱਚ ਬੱਚੇ ਸਾਡਾ ਸਿਲੇਬਸ ਬਹੁਤ ਵਾਸਟ ਆ। ਮੈਂ ਹਿਸਟਰੀ, ਜੀਓਗ੍ਰਾਫੀ, ਪੋਲਿਟੀ, ਮੈਂ ਇਸ ਤੋਂ ਬਿਨਾਂ ਹੈ ਤਾਂ ਇਕਨੋਮਿਕਸ ਵੀ ਵਿੱਚ ਆ ਜਾਂਦੀ ਹੈ, ਸਾਇੰਸ ਵੀ ਸਾਰੀ ਦੀ ਸਾਰੀ, ਫਿਜ਼ਿਕਸ, ਕੈਮਿਸਟਰੀ, ਬਾਇਓ ਵਿੱਚ ਆ ਜਾਂਦੀ ਹੈ। ਮਤਲਬ ਕਿਤੋਂ ਵੀ ਸਵਾਲ ਪੁੱਛਿਆ ਜਾ ਸਕਦਾ ਹੈ। ਇਹਦੇ ਨਾਲ ਨਾਲ ਆ ਜਾਂਦਾ ਸਾਡਾ ਕਰੰਟ ਅਫੇਅਰਸ ਦਾ ਸੈਕਸ਼ਨ। ਤਾਂ GS ਦੇ ਵਿੱਚ ਜਿਹੜੇ ਜਨਰਲ ਸਟੱਡੀਜ਼ ਦੇ ਹਿਸਟਰੀ, ਜੀਓਗ੍ਰਾਫੀ, ਪੋਲਿਟੀ ਵਰਗੇ ਸਬਜੈਕਟ ਨੇ। ਦੇਖੋ, ਜੇ ਤਾਂ ਤੁਸੀਂ ਸਿਵਲਸ ਦੀ ਤਿਆਰੀ ਕਰਦੇ ਹੋ, ਸਿਵਲਸ ਵਾਲਿਆਂ ਨੂੰ ਤਾਂ NCERTs ਪੜ੍ਹਨੀਆਂ ਪੈਣਗੀਆਂ, ਹਿਸਟਰੀ ਹੋਰ ਡਿਟੇਲ ਦੇ ਵਿੱਚ, ਜੀਓਗ੍ਰਾਫੀ ਹੋਰ ਡਿਟੇਲ ਦੇ ਵਿੱਚ, ਸਬਜੈਕਟ ਵਾਈਜ਼ ਸੋਸ਼ੀਓਲੋਜੀ ਇਵਨ ਪੜ੍ਹਨੀ ਪੈਂਦੀ ਹੈ, ਸਾਰੇ ਸਬਜੈਕਟ ਪੜ੍ਹਨੇ ਪੈਂਦੇ ਨੇ। ਪਰ ਤੁਹਾਨੂੰ ਪਤਾ ਹੈ ਕਿ ਸਿਵਲਸ ਤੋਂ ਬਿਨਾਂ ਜੇ ਆਪਾਂ ਪੰਜਾਬ ਦੇ ਬਾਕੀ ਪੇਪਰਾਂ ਦੀ ਗੱਲ ਕਰੀਏ, ਪਟਵਾਰੀ ਸਾਡਾ ਹੋ ਚੁੱਕਿਆ। ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮਸ ਸਾਡੇ ਕੋਲ ਕਾਫੀ ਪਏ ਹੋਣਗੇ, ਅਸੀਂ ਉਹਨਾਂ 'ਚ GS ਕਿਹੋ ਜਿਹੀ ਆਈ ਉਹ ਦੇਖੀ ਹੈ। ਅਗਲੇ ਦਿਨਾਂ ਦੇ ਵਿੱਚ ਅਸੀਂ ਮਤਲਬ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ, ਫਿਰ 10 ਦਿਨ ਬਾਅਦ ਅਸੀਂ ਕੋਆਪਰੇਟਿਵ ਬੈਂਕ ਦਾ ਪੇਪਰ ਦੇਖ ਲੈਣਾ, ਹੋਰ ਪੇਪਰ ਦੇਖ ਲੈਣੇ ਨੇ। GS ਉਸ ਹੱਦ ਤੱਕ ਨਹੀਂ ਹੁੰਦੀ ਕਿ ਸਾਨੂੰ ਕੱਲੇ ਸਬਜੈਕਟ ਦੀ ਅਲੱਗ ਕਿਤਾਬ ਲੈਣੀ ਪਵੇ। ਤਾਂ GS ਦੇ ਵਿੱਚ ਮਤਲਬ 2 ਕਿਤਾਬਾਂ ਹੁੰਦੀਆਂ ਨੇ, ਬਸ ਸਾਰਿਆਂ ਨੂੰ ਸੁਣੀਆਂ ਹੀ ਹੋਣੀਆਂ ਜਿਨ੍ਹਾਂ ਨੇ ਮਤਲਬ GS ਪੜ੍ਹੀ ਹੋਈ ਹੈ। ਇੱਕ ਲੂਸੈਂਟ ਦੀ ਕਿਤਾਬ, ਇੱਕ ਅਰੀਹਾਂਤ ਦੀ ਕਿਤਾਬ, ਦੋਨੇ ਕਿਤਾਬਾਂ ਮਾਰਕੀਟ ਦੇ ਵਿੱਚ ਈਜ਼ੀਲੀ ਅਵੇਲੇਬਲ ਨੇ। ਤਾਂ ਤੁਹਾਨੂੰ ਮਤਲਬ ਸਬਜੈਕਟ ਸਪੈਸੀਫਿਕ ਕਿਤਾਬ ਲੈਣ ਦੀ ਬਿਲਕੁਲ ਲੋੜ ਨਹੀਂ ਜਦੋਂ ਤੱਕ ਤੁਸੀਂ ਸਿਵਲਸ ਨੂੰ ਹੱਥ ਨਹੀਂ ਪਾਉਂਦੇ। ਜੇ ਤੁਸੀਂ ਪੰਜਾਬ ਦੇ ਸਿਵਲਸ ਤੋਂ ਬਿਨਾਂ, PCS ਤੋਂ ਬਿਨਾਂ ਬਾਕੀ ਸਬਜੈਕਟਸ ਦੀ ਹੀ ਮਤਲਬ ਬਾਕੀ ਐਗਜ਼ਾਮਸ ਦੀ ਹੀ ਤਿਆਰੀ ਕਰਨੀ ਹੈ, ਇਨਕਲੂਡਿੰਗ ਨਾਇਬ ਤਹਿਸੀਲਦਾਰ, ਤਾਂ ਤੁਸੀਂ ਇਕੱਠੀ ਇੱਕ ਕਿਤਾਬ ਜਿਹੜੀ GS ਜਿਹਦੇ ਵਿੱਚ ਸਾਰੀ ਕਵਰ ਉਹ ਲੈ ਸਕਦੇ ਹੋ, ਜਿਹਦੇ ਵਿੱਚ ਲੂਸੈਂਟ ਜਾਂ ਅਰੀਹਾਂਤ ਦੀਆਂ ਕਿਤਾਬਾਂ ਨੇ। ਇਹਦੇ ਵਿੱਚ ਤਿਆਰੀ ਕਰਨ ਦਾ ਤੁਹਾਡਾ ਮੀਡੀਅਮ ਇਹ ਰਹਿਣਾ ਚਾਹੀਦਾ ਕਿ ਇੱਕ ਵਾਰ ਸਾਰਾ ਸਿਲੇਬਸ ਸਬਜੈਕਟ ਸਪੈਸੀਫਿਕ ਉਹਦੇ ਵਿੱਚ ਸਾਰੀ ਥਿਉਰੀ ਦਿੱਤੀ ਹੋਈ ਹੈ, ਇੱਕ ਵਾਰ ਸਾਰਾ ਸਿਲੇਬਸ ਤਿਆਰ ਕਰ ਲਓ। ਹੁਣ ਮਸਲਾ ਇਹ ਹੈ ਕਿ ਜੇ ਤਾਂ ਤੁਸੀਂ ਕੋਆਪਰੇਟਿਵ ਬੈਂਕ ਦੇ ਲਈ ਤਿਆਰੀ ਕਰਨੀ ਆ,
ਜਾਂ ਈਵਨ ਤੁਸੀਂ ਮਤਲਬ ਸਬ ਇੰਸਪੈਕਟਰ ਦਾ ਜਿਹੜਾ 10 ਦਿਨ ਬਾਅਦ ਪੇਪਰ ਸ਼ੁਰੂ ਹੋ ਜਾਣਾ, ਜੇ ਤਾਂ ਉਹਦੇ ਲਈ ਤਿਆਰੀ ਕਰਨੀ ਹੈ ਜਿਹੜੇ 15 ਜਾਂ 10 ਦਿਨਾਂ ਬਾਅਦ 2 ਹਫ਼ਤੇ ਬਾਅਦ 3 ਹਫ਼ਤੇ ਬਾਅਦ ਪੇਪਰ ਨੇ, ਫਿਰ ਤਾਂ ਤੁਸੀਂ ਮਤਲਬ ਮੈਂ ਉਮੀਦ ਕਰਦਾ ਕਿ ਇੱਕ ਵਾਰ ਸਿਲੇਬਸ ਕਰੀ ਫਿਰਦੇ ਹੋਵੋਗੇ, ਫਿਰ ਤਾਂ ਇੱਕ ਫਾਸਟ ਟਰੈਕ ਨਿਗਾਹ ਮਾਰੋ ਉਹਨਾਂ ਤੇ। ਜੇ ਤੁਹਾਡੇ ਕੋਲ ਮਹੀਨਾ ਜਾਂ ਇਸ ਤੋਂ ਜ਼ਿਆਦਾ ਸਮਾਂ ਹਲੇ ਪਿਆ ਹੈਗਾ, ਜਿਹੜਾ ਵੀ ਤੁਸੀਂ ਐਗਜ਼ਾਮ ਦੇਣਾ, ਤੁਸੀਂ ਕਾਂਸਟੇਬਲ ਦਾ ਪੇਪਰ ਦੇਣਾ, ਨੈਬ ਤਹਿਸੀਲਦਾਰ ਮਿਡ ਸੈਪਟੰਬਰ ਤੋਂ ਬਾਅਦ ਹੋਊਗਾ, ਸਾਡੇ ਕੋਲ ਮਹੀਨੇ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ। ਕੋਆਪਰੇਟਿਵ ਇੰਸਪੈਕਟਰ ਜਾਂ ਫੂਡ ਇੰਸਪੈਕਟਰ ਹਲੇ ਪੋਸਟਾਂ ਨਿਕਲਦੀਆਂ ਨੇ, ਉਹਨਾਂ ਲਈ ਤਾਂ ਮੈਨੂੰ ਲੱਗਦਾ 2 ਮਹੀਨੇ ਦਾ ਸਮਾਂ ਹੈਗਾ ਸਾਡੇ ਕੋਲ। ਪੀਐਸਪੀਸੀਐਲ ਵੀ ਸਾਡੇ ਕੋਲ ਠੀਕ ਠਾਕ ਸਮਾਂ ਹੈਗਾ। ਤਾਂ ਜਿਹੜੇ ਪੇਪਰਾਂ ਲਈ ਸਾਡੇ ਕੋਲ ਸਮਾਂ ਹੈਗਾ, ਉਹਨਾਂ ਲਈ ਸਿਰਫ ਨਿਗਾਹ ਨਾ ਮਾਰੋ, ਉਹਨਾਂ ਦੇ ਲਈ ਤੁਸੀਂ ਜਾਂ ਤਾਂ ਨੋਟਸ ਬਣਾ ਸਕਦੇ ਹੋ ਜਾਂ ਅੰਡਰਲਾਈਨ ਕਰ ਸਕਦੇ ਹੋ ਇੰਪੋਰਟੈਂਟ ਪੋਰਸ਼ਨਸ ਨੂੰ। ਇੰਪੋਰਟੈਂਟ ਪੋਰਸ਼ਨਸ ਅੰਡਰਲਾਈਨ ਕਰੋ ਜਾਂ ਨੋਟਸ ਬਣਾਉਂਦੇ ਜਾਓ, ਤਾਂ ਕਿ ਜਦੋਂ ਪੇਪਰ ਨੂੰ 10 ਦਿਨ ਰਹਿ ਗਏ, ਜਿਵੇਂ ਅੱਜ ਸਾਡਾ ਸਬ ਇੰਸਪੈਕਟਰ ਦਿਖਦਾ ਹੈਗਾ 10 ਦਿਨ ਬਾਅਦ, ਜਦੋਂ ਕਾਊਂਟਡਾਊਨ ਸ਼ੁਰੂ ਹੋ ਗਿਆ ਪੇਪਰ ਨੂੰ 10 ਦਿਨ ਰਹਿ ਗਏ, ਉਦੋਂ ਤੇ ਨਿਗਾਹ ਮਾਰਨੀ ਸ਼ੁਰੂ ਕਰੋ। ਮਤਲਬ ਇੰਪੋਰਟੈਂਟ ਜਿਹੜੇ ਤੁਸੀਂ ਅੰਡਰਲਾਈਨ ਕੀਤੇ ਹੋਏ ਸੀ ਜਾਂ ਇੰਪੋਰਟੈਂਟ ਏਰੀਆਜ਼ ਨੂੰ ਤੁਸੀਂ ਰਾਈਟ ਡਾਊਨ ਕੀਤਾ ਹੋਇਆ ਸੀ, ਨੋਟਸ ਬਣਾਏ ਹੋਏ ਸੀ, ਫਿਰ ਉਹਨਾਂ ਨੂੰ ਤੁਸੀਂ ਰੀਡ ਆਊਟ ਕਰਦੇ ਜਾਓਗੇ। ਮਤਲਬ ਇਹ ਜ਼ਿਆਦਾ ਅਪਰੋਚ ਰੱਖਣੀ ਹੈ। ਮਤਲਬ ਪਿਛਲੀ ਵੀਡੀਓ 'ਚ ਮੈਂ ਗੱਲ ਕਰ ਰਿਹਾ, ਜੀਐਸ ਸਾਡਾ ਇਹੋ ਜਿਹਾ ਸਬਜੈਕਟ ਹੈ ਜਿਹਨੂੰ ਅਸੀਂ ਹਫ਼ਤੇ 'ਚ 2 ਦਿਨ ਤੇ ਨਹੀਂ ਸੁੱਟ ਸਕਦੇ ਜਾਂ 3 ਦਿਨ ਤੇ ਨਹੀਂ ਸੁੱਟ ਸਕਦੇ। ਜੀਐਸ ਤੇ ਕੁਆਂਟਸ ਸਾਡੇ ਇਹੋ ਜਿਹੇ ਸਬਜੈਕਟ ਨੇ ਜਿਹੜੇ ਸਾਨੂੰ ਡੇਲੀ ਕਰਨੇ ਪੈਣਗੇ। ਸਾਰਾ ਸਿਲੇਬਸ ਹੋਣ ਦੇ ਬਾਵਜੂਦ ਵੀ ਡੇਲੀ ਕਰਨੇ ਪੈਣਗੇ। ਪੰਜਾਬੀ ਜਾਂ ਇੰਗਲਿਸ਼ ਡੇਲੀ ਕਰਨ ਦੀ ਐਡੀ ਕੋਈ ਲੋੜ ਨਹੀਂ ਹੈਗੀ। ਖੈਰ ਇੰਗਲਿਸ਼ ਕਰ ਸਕਦੇ ਹੋ, ਪੰਜਾਬੀ ਲਈ ਤਾਂ ਬਿਲਕੁਲ ਲੋੜ ਨਹੀਂ। ਰੀਜ਼ਨਿੰਗ ਡੇਲੀ ਕਰਨ ਦੀ ਲੋੜ ਨਹੀਂ। ਕੰਪਿਊਟਰ ਬਿਲਕੁਲ ਡੇਲੀ ਕਰਨ ਦੀ ਲੋੜ ਨਹੀਂ ਹੈਗੀ। ਕਰੰਟ ਅਫੇਅਰ ਡੇਲੀ ਕਰਨ ਦੀ ਲੋੜ ਹੈ। ਤਾਂ ਕਰੰਟ ਅਫੇਅਰ ਦੇ ਲਈ ਮੈਂ ਪੰਜਾਬ ਸਕਸੈਸ ਮੰਤਰਾ ਚੈਨਲ ਦੇ ਨਾਲ ਖੈਰ ਮੈਂ ਜੁੜਿਆ ਹੋਇਆਗਾ, ਉੱਥੇ ਮੇਰੀਆਂ ਕੁਆਂਟਸ ਦੀਆਂ ਕੁਝ ਕਲਾਸਿਸ ਚੱਲਦੀਆਂ ਨੇ। ਕਰੰਟ ਅਫੇਅਰਸ ਦੇ ਲਈ ਪੰਜਾਬ ਸਕਸੈਸ ਮੰਤਰਾ YouTube ਚੈਨਲ ਹੈ, ਉੱਥੇ ਰੋਜ਼ ਸਵੇਰੇ 7 ਵਜੇ ਮੈਂ ਯੋਗੇਸ਼ ਸਰ ਨੂੰ ਕਾਫੀ ਬੱਚੇ ਮਤਲਬ ਮੇਰੇ ਸਟੂਡੈਂਟਸ ਐਟਲੀਸਟ ਜਾਣਦੇ ਨੇ, ਬਾਕੀ ਕਾਫੀ ਬੱਚੇ ਜਾਂ ਜਾਣਦੇ ਹੋਣਗੇ। ਡੇਲੀ 7 ਵਜੇ ਸਾਡੀਆਂ ਕਰੰਟ ਅਫੇਅਰ ਦੀਆਂ ਕਲਾਸਿਸ ਲੱਗਦੀਆਂ ਨੇ, ਉਹ ਤੁਸੀਂ ਕਲਾਸਿਸ ਨੂੰ ਡੇਲੀ 7 ਵਜੇ ਲਾਈਵ ਦੇਖ ਸਕਦੇ ਹੋ, ਅਦਰਵਾਈਜ਼ ਰਿਕਾਰਡਡ ਉੱਥੇ YouTube ਤੇ ਤੁਹਾਨੂੰ ਮਿਲ ਹੀ ਜਾਣਗੇ, ਉਹ ਦੇਖ ਸਕਦੇ ਹੋ। ਆਖਰੀ ਗੱਲ ਕੁਆਂਟਸ ਦੀ। ਕੁਆਂਟਸ ਬੱਚੇ ਇਹੋ ਜਿਹਾ ਸਬਜੈਕਟ ਹੈ ਜਿਵੇਂ ਮਤਲਬ ਮੈਂ ਆਪ ਸਟੂਡੈਂਟ ਰਿਹਾ, ਮੈਂ ਆਪ ਟੀਚਰ ਰਹਾਂਗਾ, ਮੈਂ ਕੁਆਂਟਸ ਦਾ ਟੀਚਰ ਰਿਹਾ। ਸਟੂਡੈਂਟ ਹੁੰਦੇ ਮੈਂ ਇਹ ਗੱਲ ਕਹਿ ਦਿੰਦਾ ਸੀ, ਖੈਰ ਟੀਚਰ ਹੋਣ ਤੋਂ ਬਾਅਦ ਵੀ ਇਹ ਕਹਿੰਦਾ ਕਿ ਕੁਝ ਸਬਜੈਕਟ ਸਾਡੇ ਇਹੋ ਜਿਹੇ ਹੁੰਦੇ ਨੇ ਜਿਹੜੇ ਜੇ ਸਾਡੇ ਕੋਲ ਟੀਚਰ ਅਵੇਲੇਬਲ ਨਹੀਂ ਹੈਗਾ, ਅਸੀਂ ਕਿਤਾਬ ਦੇ ਸਿਰ ਤੇ ਤਿਆਰ ਕਰ ਲੈਂਦੇ ਹੁੰਦੇ ਆ। ਅੰਗਰੇਜ਼ੀ ਅਸੀਂ ਕਿਤਾਬ ਦੇ ਸਿਰ ਤੇ ਸ਼ਾਇਦ ਤਿਆਰ ਕਰ ਸਕਦੇ ਹਾਂ। ਐਸਪੀ ਬਖਸ਼ੀ ਦੀ ਕਿਤਾਬ ਜਾਂ ਨੀਤੂ ਸਿੰਘ ਦੀ ਕਿਤਾਬ ਦੀ ਆਪਾਂ ਗੱਲ ਕੀਤੀ ਹੈ, ਕਿਤਾਬ ਦੇ ਸਿਰ ਤੇ ਅਸੀਂ ਸਬਜੈਕਟ ਤਿਆਰ ਕਰ ਸਕਦੇ ਹਾਂ। ਜੀਐਸ ਜੇ ਸਾਨੂੰ ਕੋਈ ਬਹੁਤ ਮਤਲਬ ਜੇ ਅਸੀਂ ਇੰਨੀ ਡਿਟੇਲ ਚ ਨਹੀਂ ਪੜ੍ਹਨੀ, ਜਿੰਨੀ ਕਿ ਪਟਵਾਰੀ ਚ ਪੁੱਛੀ ਹੈ ਇੰਨੀ ਕੀ ਪੜ੍ਹਨੀ ਹੈ, ਹੋ ਸਕਦਾ ਅਸੀਂ ਕਿਤਾਬ ਦੇ ਸਿਰ ਤੇ ਕਰ ਲਈਏ। ਕਰੰਟ ਅਫੇਅਰ ਤਾਂ ਸਾਨੂੰ ਕੋਈ ਟੀਚਰ ਹੀ ਕਰਾਊਗਾ, ਕਿਉਂਕਿ ਜਿਹੜਾ ਕਰੰਟ ਅਫੇਅਰ ਅਸੀਂ ਪਤਾ ਨਹੀਂ 4 ਘੰਟੇ ਚ ਅਖਬਾਰ ਪੜ੍ਹਨਾ ਹੈ, 2 ਅਸੀਂ ਵੈਬਸਾਈਟਾਂ ਫਰੋਲਣੀਆਂ ਨੇ, ਉਹ ਟੀਚਰ ਉਨੀ ਤੁਹਾਡੇ ਸਿਰ ਤੁਹਾਡੇ ਹਿੱਸੇ ਦੀ ਮਿਹਨਤ ਟੀਚਰ ਕਰੇ ਹੁੰਦਾ ਤਾਂ 1 ਘੰਟੇ ਚ ਕਰਾ ਦਿੰਦਾ। ਇਸ ਕਰਕੇ ਕਰੰਟ ਅਫੇਅਰ ਸਾਨੂੰ ਟੀਚਰ ਦੀ ਲੋੜ ਹੈ। ਜੀਐਸ ਜਾਂ ਇੰਗਲਿਸ਼ ਅਸੀਂ ਸ਼ਾਇਦ ਛੱਡ ਸਕਦੇ ਹਾਂ। ਕੰਪਿਊਟਰ ਵੀ ਅਸੀਂ ਛੱਡ ਸਕਦੇ ਹਾਂ ਕਿ ਸਾਡੇ ਕੋਲ ਟੀਚਰ ਨਹੀਂ ਹੈਗਾ, ਕੋਈ ਚੰਗੀ ਕਿਤਾਬ ਆ ਗਈ, ਅਸੀਂ ਥੋਰੋ ਰੀਡਿੰਗ ਦੇ ਕੇ ਨੋਟਸ ਬਣਾ ਲਾਂਗੇ ਤੇ ਉਹਨਾਂ ਨੂੰ ਬਾਰ-ਬਾਰ ਪੜ੍ਹਦੇ ਜਾਵਾਂਗੇ। ਸਾਨੂੰ ਪੁਰਾਣੇ ਪੇਪਰਾਂ ਤੋਂ ਆਈਡੀਆ ਹੋ ਜਾਊਗਾ ਕਿ ਕੰਪਿਊਟਰ ਦੇ ਵਿੱਚ ਫਲਾਣੀ ਚੀਜ਼ ਪੁੱਛੀ ਜਾਂਦੀ ਆ, ਆਹ ਫਲਾਣੀ ਫੁੱਲ ਫਾਰਮ ਪੁੱਛੀ ਜਾਂਦੀ ਆ, ਫਲਾਣਾ ਸ਼ਾਰਟਕਟ ਪੁੱਛਿਆ ਹੀ ਜਾਂਦਾ ਹੈਗਾ, ਤਾਂ ਉਹ ਜੀ ਅਸੀਂ ਮਤਲਬ ਤਿਆਰੀ ਕਰ ਸਕਦੇ ਹਾਂਗੇ। ਕੁਆਂਟਸ ਦੇ ਵਿੱਚ ਮਤਲਬ ਮੇਰਾ ਮੰਨਣਾ ਹੈ ਜਿਹੜੀ ਮਰਜ਼ੀ ਚੰਗੀ ਤੋਂ ਮਾੜੀ, ਖੈਰ ਚੰਗੀ ਤੇ ਮਾੜੀ ਦੇ ਪੈਮਾਨੇ ਵੀ ਅੱਡ-ਅੱਡ ਨੇ, ਜਿਹੜੀ ਮਰਜ਼ੀ ਤੁਸੀਂ ਕਿਤਾਬ ਚੱਕੀ ਫਿਰਦੇ ਹੋ, ਕਿਤਾਬ ਤੁਹਾਡੀ ਟੀਚਰ ਨਹੀਂ ਬਣ ਸਕਦੀ। ਮਤਲਬ ਪੰਜਾਬ ਦੇ ਬੱਚੇ ਤਾਂ ਮਸ਼ਹੂਰ ਨੇ ਕਿ ਹਰ ਤੀਜੇ ਘਰ ਦੇ ਵਿੱਚ ਆਰ.ਐਸ. ਅਗਰਵਾਲ ਪਈ ਹੈ, ਜਿਵੇਂ ਹਰ ਦੂਜੇ ਘਰ ਦੇ ਵਿੱਚ ਪੰਜਾਬ 'ਚ ਇੱਕ ਸਿੰਗਰ ਪੈਦਾ ਹੋ ਰਿਹਾ ਤਾਂ ਹਰ ਤੀਜੇ ਘਰ 'ਚ ਆਰ.ਐਸ. ਅਗਰਵਾਲ ਵੀ ਪਈ ਹੈ, ਇੰਨੀ ਕੁ ਜ਼ਿਆਦਾ ਆਰ.ਐਸ. ਅਗਰਵਾਲ ਹੈ। ਪੰਜਾਬ ਦੇ ਇੰਸਟੀਚਿਊਟਾਂ ਦੇ ਵਿੱਚ ਇਹ ਹਾਲ ਹੈ ਕਿ ਆਰ.ਐਸ. ਅਗਰਵਾਲ ਨੂੰ ਰੱਟੇ ਤੱਕ ਮਰਵਾਏ ਜਾਂਦੇ ਨੇ। ਖੈਰ ਜਿਵੇਂ ਵੀ ਹੈ, ਮਤਲਬ ਉੱਥੇ ਟੀਚਰ ਵੀ ਆਪ ਇਹੋ ਜਿਹੇ ਤਿਆਰ ਹੋਏ ਹੋਏ ਨੇ ਕਿ ਆਰ.ਐਸ. ਅਗਰਵਾਲ ਸਾਰੀ ਦੀ ਸਾਰੀ ਕਰ ਲਈ, ਉਹੀ ਅੱਗੇ ਸਾਰੀ ਦੀ ਸਾਰੀ ਕਰਵਾ ਦਿੰਦੇ ਨੇ। ਬੱਚੇ ਦੇਖੋ, ਆਰ.ਐਸ. ਅਗਰਵਾਲ ਜੇ ਮੈਂ ਆਪਣੇ ਵੱਲੋਂ ਰਿਕਮੈਂਡ ਕਰਾਂ, ਮੈਂ ਆਪਦੀ ਇੱਕ ਸਲਾਹ ਦੇਵਾਂ ਤਾਂ ਆਰ.ਐਸ. ਅਗਰਵਾਲ ਕਿਤਾਬ ਸੁੱਟ ਦੋ, ਚੰਗੀ ਕਿਤਾਬ ਨਹੀਂ ਹੈਗੀ। ਆਰ.ਐਸ. ਅਗਰਵਾਲ ਕਿਤਾਬ ਉਦਣ ਕਰਿਓ ਜਿੱਦਣ ਤੁਸੀਂ ਇਹ ਕਹੋ ਕਿ ਕੁਆਂਟਸ ਸਾਰਾ ਹੋ ਗਿਆ, ਜਿੱਥੋਂ ਮਰਜ਼ੀ ਜੋ ਮਰਜ਼ੀ ਪੁੱਛ ਲਓ। ਜਿੱਦਣ ਤੁਹਾਨੂੰ ਆਪਣੇ ਕੁਆਂਟਸ ਦਾ ਲੈਵਲ ਉਹ ਲੱਗਦਾ ਕਿ ਜਿੱਦਣ ਇੰਨੀ ਤਿਆਰੀ ਹੋਗੀ ਕਿ ਜੋ ਮਰਜ਼ੀ ਪੁੱਛ ਲਓ, ਉਦਣ ਆਰ.ਐਸ. ਅਗਰਵਾਲ ਕਿਤਾਬ ਕਰੋ। ਆਰ.ਐਸ. ਅਗਰਵਾਲ ਦੇ ਵਿੱਚ ਨੋ ਡਾਊਟ ਬਹੁਤ ਚੰਗੇ ਸਵਾਲ ਨੇ, ਨੋ ਡਾਊਟ ਆਰ.ਐਸ. ਅਗਰਵਾਲ ਦੇ ਵਿੱਚੋਂ ਪੰਜਾਬ ਦੇ ਪੇਪਰਾਂ 'ਚ ਸਵਾਲ ਡਿੱਟੋ ਆਏ ਹੋਏ ਨੇ, ਪਰ ਨੁਕਸਾਨ ਕੀ ਨੇ ਕਿ ਆਰ.ਐਸ. ਅਗਰਵਾਲ ਦੇ ਵਿੱਚ ਆਰਡਰ ਨਹੀਂ ਹੈਗਾ। ਜਿਹੜੇ ਆਰਡਰ ਦੇ ਵਿੱਚ ਬੱਚੇ ਨੂੰ ਤਿਆਰੀ ਹੋਣੀ ਚਾਹੀਦੀ ਹੈ ਸਬਜੈਕਟ ਦੀ, ਕਿਸੇ ਖਾਸ ਚੈਪਟਰ ਦੀ, ਉਸ ਆਰਡਰ ਦੇ ਵਿੱਚ ਉੱਥੇ ਸਵਾਲ ਨਹੀਂ ਹੈਗੇ। ਉੱਥੇ ਸਵਾਲ ਬਹੁਤ ਰੈਂਡਮ ਸੁੱਟੇ ਹੋਏ ਨੇ। ਤਾਂ ਆਰ.ਐਸ. ਅਗਰਵਾਲ ਕਿਤਾਬ ਜੇ ਮੈਂ ਇੱਕ ਲਾਈਨ 'ਚ ਡਿਫਾਈਨ ਕਰਾਂ ਤਾਂ ਆਰ.ਐਸ. ਅਗਰਵਾਲ ਕਿਤਾਬ ਵਿਦਿਆਰਥੀਆਂ ਲਈ ਚੰਗੀ ਕਿਤਾਬ ਨਹੀਂ ਹੈਗੀ, ਅਧਿਆਪਕਾਂ ਲਈ ਚੰਗੀ ਕਿਤਾਬ ਹੈ, ਜਿਨ੍ਹਾਂ ਨੂੰ ਸਿਰਫ ਸਵਾਲ ਚਾਹੀਦੇ ਨੇ ਤੇ ਜਿਹੇ ਜਿਹੇ ਮਰਜ਼ੀ ਸਵਾਲ ਮਿਲ ਜਾਣ। ਅਧਿਆਪਕਾਂ ਲਈ ਉਹ ਬਹੁਤ ਚੰਗੀ ਕਿਤਾਬ ਹੈ, ਵਿਦਿਆਰਥੀਆਂ ਲਈ ਓਨੀ ਮਾੜੀ ਕਿਤਾਬ ਆ। ਪਰ ਜੇ ਤੁਸੀਂ ਆਰ.ਐਸ. ਅਗਰਵਾਲ ਚੱਕੀ ਫਿਰਦੇ ਹੋ, ਆਰ.ਐਸ. ਅਗਰਵਾਲ ਕਰੀ ਫਿਰਦੇ ਹੋ ਤੇ ਅੱਗੇ ਵੀ ਆਰ.ਐਸ. ਅਗਰਵਾਲ ਕੰਟੀਨਿਊ ਕਰਨਾ ਚਾਹੁੰਦੇ ਹੋ, ਇਹ 'ਚ ਕੋਈ ਸ਼ੱਕ ਨਹੀਂ, ਤੁਸੀਂ ਕਰ ਸਕਦੇ ਹੋ। ਮੈਂ ਇਹ ਨਹੀਂ ਕਹਿੰਦਾ ਕਿ ਭਾਈ ਫਲਾਣੀ ਕਿਤਾਬ ਲੈ ਲਓ, ਇਹਨੂੰ ਸੁੱਟੋ, ਫਲਾਣੀ ਕਿਤਾਬ ਲੈ ਲਓ। ਆਰ.ਐਸ. ਅਗਰਵਾਲ ਨੂੰ ਥੋਰੋਲੀ ਕਰ ਲਓ।
ਜੇ ਤੁਹਾਡੇ ਕੋਲ ਅਰਿਹਾਂਤ ਦੀ ਰਜੇਸ਼ ਵਰਮਾ ਵਾਲੀ ਕਿਤਾਬ ਹੈ ਤੁਸੀਂ ਉਹਨੂੰ ਕਰ ਲਓ, ਰਕੇਸ਼ ਯਾਦਵ ਦੀ ਜਾਂ ਕਿਰਨ ਪਬਲੀਕੇਸ਼ਨਸ ਦੀ ਕਿਤਾਬ ਹੈ ਤੁਸੀਂ ਉਹਨੂੰ ਕਰ ਸਕਦੇ ਹੋ, ਕੇ ਕੁੰਦਨ ਦੀ ਕਿਤਾਬ ਹੈ, ਐਮ ਟਾਇਰਾ ਦੀ ਕਿਤਾਬ ਹੈ, ਬੀਐਸਸੀ ਪਬਲੀਕੇਸ਼ਨਸ ਦੀ ਕਿਤਾਬ ਹੈ, ਹੋਰ ਸਾਡੇ ਕੋਲ ਮਤਲਬ ਸਟੱਡੀ ਮਟੀਰੀਅਲ ਜਿੰਨਾ ਵੀ ਪਿਆ ਹੈਗਾ ਕਰ ਸਕਦੇ ਹੋ। ਪਰ ਕਿਉਂਕਿ ਕੁਆਂਟਸ ਸਬਜੈਕਟ ਥਿਓਰੈਟੀਕਲ ਸਬਜੈਕਟ ਨਹੀਂ ਹੈਗਾ ਕਿ ਭਾਈ ਤੁਸੀਂ ਪੇਸਟ ਦੀ ਸ਼ਾਰਟਕਟ ਦੇਖਣੀ ਹੈ ਜਾਂ ਤੁਸੀਂ ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਉਹ ਦੇਖਣਾ ਹੈਗਾ। ਮਤਲਬ ਕੁਆਂਟਸ ਸਾਡਾ ਥਿਓਰੀ ਬੇਸਡ ਸਬਜੈਕਟ ਨਹੀਂ ਹੈਗਾ, ਕੁਆਂਟਸ ਦੇ ਵਿੱਚ ਕਨਸੈਪਟਸ ਨੇ, ਕੁਆਂਟਸ ਦੇ ਵਿੱਚ ਲੌਜਿਕਸ ਨੇ। ਤਾਂ ਤੁਹਾਡਾ ਮਤਲਬ ਹੁਣ ਮਾੜੀ ਜੀ ਆਪਾਂ ਪਟਵਾਰੀ ਦੇ ਪੇਪਰ ਤੇ ਫਿਰ ਮਾੜੀ ਜੀ ਉਂਗਲ ਜੀ ਲਾ ਕੇ ਮੁੜਦੇ ਆ ਵੀ ਪਟਵਾਰੀ ਦੇ ਪੇਪਰ 'ਚ ਮੈਥ ਦੀ ਦਿੱਕਤ ਕੀ ਆਈ। ਪਟਵਾਰੀ ਦੇ ਪੇਪਰ 'ਚ ਮੈਥ ਦੀ ਇਹ ਦਿੱਕਤ ਆਈ ਕਿ ਸਰ ਅਸੀਂ ਬਹੁਤ ਜ਼ਿਆਦਾ ਪੜ੍ਹੇ ਹੋਏ ਸੀ, ਬਹੁਤ ਪ੍ਰੈਕਟਿਸ ਵੀ ਕੀਤੀ ਸੀ, ਫਿਰ ਵੀ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਅਸੀਂ ਪ੍ਰੈਕਟਿਸ ਕਰ ਕਿਹੜੇ ਤਰੀਕੇ ਨਾਲ ਰਹੇ ਹਾਂ ਉੱਥੋਂ ਤੈਅ ਹੋਊਗਾ ਕਿ ਪੇਪਰ 'ਚ ਅਸੀਂ ਚੰਗਾ ਸਵਾਲ ਉਹ ਅਟੈਂਪਟ ਕਰ ਸਕਾਂਗੇ ਕਿ ਨਹੀਂ। ਮਤਲਬ ਆਮ ਵਿਦਿਆਰਥੀ, ਮੇਰੇ ਕੋਲ ਜਿਹੜੇ ਨਵੇਂ ਵਿਦਿਆਰਥੀ ਹੁੰਦੇ ਨੇ, ਮੇਰੀ ਇਹ ਸਾਰੀ ਗੱਲ ਦਾ ਥੌਟ ਬੇਸ ਉੱਥੋਂ ਬਣ ਰਿਹਾ ਕਿ ਆਮ ਵਿਦਿਆਰਥੀ ਜਿਹੜੇ ਬਹੁਤ ਮਿਹਨਤ ਕਰਦੇ ਨੇ, ਤੁਸੀਂ ਆਪਣੇ ਜਦੋਂ ਵੀਡੀਓ ਦੇਖੋਗੇ ਤੁਸੀਂ ਆਪਣੇ ਆਪ ਨੂੰ ਰਿਅਲਾਈਜ਼ ਕਰੋ ਕਿ ਤੁਹਾਡੇ ਵਿੱਚੋਂ ਵੀ ਜਿਹੜੇ ਵਿਦਿਆਰਥੀ ਜਾਂ ਤੁਹਾਡੇ ਆਲੇ ਦੁਆਲੇ ਜਿਹੜੇ ਵਿਦਿਆਰਥੀ ਬਹੁਤ ਮਿਹਨਤ ਕਰਦੇ ਨੇ, ਬਹੁਤ ਪ੍ਰੈਕਟਿਸ ਕਰਦੇ ਨੇ, ਪਰ ਜਦੋਂ ਉਹਨਾਂ ਨੇ ਪ੍ਰੈਕਟਿਸ ਹੀ ਥੋੜੇ ਜਿਹੇ ਲੈਂਥੀ ਮੈਥਡ ਨਾਲ ਕੀਤੀ ਹੋਈ ਹੈ, ਥੋੜੇ ਜਿਹੇ ਔਖੇ ਤਰੀਕੇ ਨਾਲ ਕੀਤੀ ਹੋਈ ਹੈ, ਤਾਂ ਜਿੰਨੀ ਮਰਜ਼ੀ ਪ੍ਰੈਕਟਿਸ ਕਰ ਲਓ ਸਵਾਲ ਤੁਸੀਂ ਔਖਾ ਹੀ ਕਰ ਰਹੇ ਹੋ। ਆਰ.ਐਸ. ਅਗਰਵਾਲ ਦੇ ਸੋਲੂਸ਼ਨ ਤੁਹਾਡੇ ਲੈਟ ਦਾ ਪ੍ਰਿੰਸੀਪਲ ਵੀ ਰੁਪੀਜ਼ X, ਲੈਟ ਦਾ ਸਿੰਪਲ ਇੰਟਰਸਟ ਵੀ ਰੁਪੀਜ਼ X। ਮਤਲਬ ਜੇ ਤਾਂ ਤੁਹਾਨੂੰ ਸਟੈਪਾਂ ਦੇ ਨੰਬਰ ਮਿਲਨੇ ਹੋਣ ਫਿਰ ਤਾਂ ਉਹਦੇ ਵਰਗੀ ਕੋਈ ਕਿਤਾਬ ਨਹੀਂ ਹੈਗੀ। ਪਰ ਬਹੁਤ ਯਾਰ ਨੈਚੁਰਲ ਟੈਂਡੈਂਸੀ ਹੈ ਨਾ, ਬੱਚੇ ਨੂੰ ਸਾਰਾ ਕੁਝ, ਵਿਦਿਆਰਥੀ ਨੂੰ ਸਾਰਾ ਕੁਝ ਤਾਂ ਆਉਂਦਾ ਨਹੀਂ ਹੈਗਾ। ਤਾਂ ਵਿਦਿਆਰਥੀ ਲਈ ਤਾਂ ਬਹੁਤ ਨੈਚੁਰਲ ਹੈ ਕਿ ਜੇ ਉਹ 10 ਸਵਾਲ ਕਰੂਗਾ ਘੱਟੋ ਘੱਟ 4 ਜਾਂ ਹੋ ਸਕਦਾ 10 ਦੇ 10 ਸਵਾਲ ਉਹਦੇ ਨਾ ਨਿਕਲ ਉਹਨੂੰ ਸੋਲੂਸ਼ਨ ਦੇਖਣੇ ਪੈਣ। ਤਾਂ ਜਦੋਂ ਸੋਲੂਸ਼ਨ ਦੇਖੂਗਾ ਖਲਾਰਾ ਪਊਗਾ ਹੀ ਪਊਗਾ। ਤਾਂ ਇਹ ਵਿਦਿਆਰਥੀ ਨੇ, ਵਿਦਿਆਰਥੀਆਂ ਨੂੰ ਸੋਲੂਸ਼ਨ ਦੇਖਣ ਦੀ ਆਮ ਤੌਰ ਤੇ ਲੋੜ ਪੈਂਦੀ ਆ। ਤਾਂ ਇਸ ਕਰਕੇ ਕਿਤਾਬਾਂ ਦੇ ਸੋਲੂਸ਼ਨ ਬਹੁਤ ਕੁਝ ਡਿਸਾਈਡ ਕਰਦੇ ਨੇ ਕਿ ਬੱਚੇ ਦਾ ਮਤਲਬ ਬੱਚਾ ਡਿਵੈਲਪ ਕਿਵੇਂ ਕਰ ਰਿਹਾ ਹੈਗਾ, ਬੱਚਾ ਸੌਖੇ ਤਰੀਕੇ ਨਾਲ ਡਿਵੈਲਪ ਕਰ ਰਿਹਾ ਹੈ ਕਿ ਬੱਚਾ ਔਖੇ ਤਰੀਕੇ ਨਾਲ ਡਿਵੈਲਪ ਕਰ ਰਿਹਾ, ਤੇ ਉਹੀ ਡਿਵੈਲਪਮੈਂਟ ਤੁਹਾਡੀ ਪੇਪਰ ਦੀ ਪਰਫਾਰਮੈਂਸ ਡਿਸਾਈਡ ਕਰਦੀ ਆ। ਤਾਂ ਇਸ ਕਰਕੇ ਕੁਝ ਕਿਤਾਬਾਂ ਜਿਨ੍ਹਾਂ 'ਚ ਬਹੁਤ ਚੰਗੇ ਸਵਾਲ ਨੇ ਪਰ ਉਹਨਾਂ ਦੇ ਸੋਲੂਸ਼ਨ ਇੰਨੇ ਮਾੜੇ ਨੇ ਕਿ ਉਹ ਬੱਚਿਆਂ ਦਾ ਨੁਕਸਾਨ ਕਰ ਦਿੰਦੀਆਂ ਨੇ, ਹਾਲਾਂਕਿ ਬੱਚਿਆਂ ਦੇ ਅੱਗੇ ਉਸ ਕਿਤਾਬ ਦਾ ਬਹੁਤ ਚੰਗਾ ਇੰਪ੍ਰੈਸ਼ਨ ਪਿਆ ਵੀ ਹੁੰਦਾ ਹੈਗਾ। ਤਾਂ ਇਸ ਕਰਕੇ ਬੱਚੇ ਕੁਆਂਟਸ ਦੇ ਵਿੱਚ ਜੇ ਆਪਾਂ ਆਰ.ਐਸ. ਅਗਰਵਾਲ ਤੇ ਖੈਰ ਥੋੜੀ ਲੋੜ ਤੋਂ ਵੱਧ ਗੱਲ ਕਰ ਲਈ, ਬਾਕੀ ਕਿਤਾਬਾਂ ਜਾਂ ਆਰ.ਐਸ. ਅਗਰਵਾਲ ਜਿਹੜੀ ਮਰਜ਼ੀ ਕਿਤਾਬ ਤੁਸੀਂ ਚੱਕੀ ਫਿਰਦੇ ਹੋ, ਕੋਈ ਨਵੀਂ ਕਿਤਾਬ ਲੈਣ ਦੀ ਲੋੜ ਨਹੀਂ ਹੈਗੀ। ਮਤਲਬ ਲੋੜ ਹੈ ਕਿ ਤੁਸੀਂ ਉਹਦੀ ਪ੍ਰੈਕਟਿਸ ਕਿਵੇਂ ਕਰਨੀ ਹੈ। ਤੁਸੀਂ ਉਹਦੇ ਸੋਲੂਸ਼ਨਾਂ ਨੂੰ ਛੱਡ ਦਿਓ, ਤੁਸੀਂ ਉਹਦੇ ਇਕੱਲੇ ਸਵਾਲ ਕੱਢ ਲਓ, ਸਵਾਲ ਰੱਖ ਲਓ ਆਪਣੇ ਕੋਲ, ਤੁਸੀਂ ਉਹਦੀ ਪ੍ਰੈਕਟਿਸ ਕਿਵੇਂ ਕਰਨੀ ਹੈ ਉਹ ਬਹੁਤ ਜ਼ਰੂਰੀ ਆ। ਮੈਂ ਆਪਣੇ ਬੈਚਸ ਦੀ ਗੱਲ ਕਰ ਲਾਂ, ਮੈਂ ਬੱਚੇ ਇੱਕ ਗੱਲ ਮੈਂ ਪਿਛਲੀ ਵੀਡੀਓ 'ਚ ਵੀ ਕਹਿ ਰਿਹਾ ਕਿ ਜਿਹੜੇ ਸਾਡੇ ਇਸ ਮਹੀਨੇ ਦੇ ਪੇਪਰ ਨੇ, ਮੈਂ ਖਾਸ ਕਰਕੇ ਕੋਆਪਰੇਟਿਵ ਬੈਂਕ ਦਾ ਪੇਪਰ ਜਿਹੜਾ ਕਿ 28 ਤੋਂ 29 ਅਗਸਤ ਦਾ ਹੋਣਾ ਤੈਅ ਹੋਇਆ, ਤੇ ਸਾਡਾ ਸਬ ਇੰਸਪੈਕਟਰ ਦਾ ਪੇਪਰ ਜਿਹੜਾ ਕਿ 17 ਤੋਂ ਲੈ ਕੇ 31 ਅਗਸਤ ਤੱਕ ਆਨਲਾਈਨ ਹੋਣਾ ਤੈਅ ਹੋਇਆ। ਇੱਕ ਦਿਨ 'ਚ 2 ਪੇਪਰ ਹੋਣਗੇ, ਜਿਹਦੇ ਪਹਿਲੇ ਪੇਪਰ ਦੇ ਵਿੱਚ 100 ਚੋਂ 30 ਕੁਐਸਚਨ ਕੁਆਂਟ ਦੇ ਨੇ ਤੇ ਦੂਜੇ ਪੇਪਰ 'ਚ 100 ਚੋਂ 15 ਤੋਂ 20 ਕੁਐਸਚਨ ਸਾਡੇ ਡੀਆਈ ਦੇ ਨੇ, ਮਤਲਬ 200 ਚੋਂ 50 ਦੇ ਕਰੀਬ ਕੁਐਸਚਨ ਨੇ। ਮੇਰੀਆਂ ਬੈਚਸ ਦੀਆਂ ਡਿਟੇਲਸ ਇਹ ਨੇ ਕਿ ਅਗਲੇ ਦਿਨਾਂ ਦੇ ਵਿੱਚ ਇੱਕ ਮੈਂ ਕੁਆਂਟਸ ਦਾ ਬੈਚ ਸਟਾਰਟ ਕਰ ਰਿਹਾ ਜਿਹੜੇ ਕਿ ਸਾਡੇ ਅਗਲੇ ਮਹੀਨੇ ਮਤਲਬ ਸਤੰਬਰ ਮਹੀਨੇ ਜਾਂ ਉਸ ਤੋਂ ਅਗਲੇ ਅਕਤੂਬਰ ਮਹੀਨੇ ਦੇ ਐਗਜ਼ਾਮ ਨੇ, ਜਿਹਦੇ ਵਿੱਚ ਖਾਸ ਕਰਕੇ ਨੈਬ ਤਹਿਸੀਲਦਾਰ ਤੇ ਐਕਸਾਈਜ਼ ਦੇ ਉੱਤੇ ਫੋਕਸ ਆ। ਈਟੀਟੀ ਦਾ ਪੇਪਰ ਨਿਕਲਿਆ ਹੋਇਆ, ਈਟੀਟੀ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੂੰ ਕੁਆਂਟਸ ਆਉਣਾ ਹੈਗਾ। ਇਸ ਤੋਂ ਬਿਨਾਂ ਕਾਂਸਟੇਬਲ ਦਾ ਪੰਜਾਬ ਪੁਲਿਸ ਦਾ ਜਿਹੜਾ ਪੇਪਰ ਨਿਕਲਿਆ, ਕੋਆਪਰੇਟਿਵ ਦਾ ਸਾਡਾ ਇੰਸਪੈਕਟਰ ਦਾ ਤੇ ਫੂਡ ਇੰਸਪੈਕਟਰ ਦੇ ਜਿਹੜੀਆਂ ਪੋਸਟਾਂ ਨਿਕਲੀਆਂ ਨੇ ਉਹਦੇ ਵਿੱਚ ਜਿਹੜਾ ਕੁਆਂਟ ਆਉਣਾ, ਉਹ ਕੁਆਂਟਸ ਦਾ ਮੈਂ ਇੱਕ ਬੈਚ ਸਟਾਰਟ ਕਰ ਰਿਹਾ 16 ਅਗਸਤ ਤੋਂ। ਉਹਦੀਆਂ ਟਾਈਮਿੰਗ ਸ਼ਾਮ ਦੀਆਂ ਹੋਣਗੀਆਂ, 3 ਵਜੇ ਤੋਂ ਬਾਅਦ ਦੀਆਂ ਹੋਣਗੀਆਂ, ਜ਼ੂਮ ਦੇ ਉੱਤੇ ਕਲਾਸਿਸ ਲੱਗਣਗੀਆਂ। ਮਤਲਬ ਪੂਰਾ ਸਿਲੇਬਸ ਦੇ ਵਿੱਚ ਆਪਾਂ ਕੀ ਕੁਝ ਕਰਨਾ ਹੈ, ਮਤਲਬ ਮੈਂ ਸਭ ਤੋਂ ਪਹਿਲਾਂ ਫੰਡਾਮੈਂਟਲਸ ਕਵਰ ਕਰਵਾਉਂਗਾ, ਜਿਹਦੇ ਵਿੱਚ ਸਾਡੀ ਕੈਲਕੂਲੇਸ਼ਨ, ਸਿੰਪਲੀਫਿਕੇਸ਼ਨ ਤੇ ਜਿਹੇ ਜਿਹੇ 2 ਸਵਾਲ ਸਾਡੇ ਪੇਪਰ ਦੇ ਵਿੱਚ ਵੀ ਆਏ ਸੀਗੇ, ਕੈਲਕੂਲੇਸ਼ਨ, ਸਿੰਪਲੀਫਿਕੇਸ਼ਨ, ਪੂਰਾ ਮਤਲਬ ਫੰਡਾਮੈਂਟਲਸ ਤੇ ਨਾਲ ਫ੍ਰੈਕਸ਼ਨਸ। ਫਿਰ ਉਸ ਤੋਂ ਬਾਅਦ 1 ਬਾਈ 1 ਇੱਕ ਚੈਪਟਰ ਦਾ ਅਸੀਂ ਮਤਲਬ ਸਿਲੇਬਸ ਕਰਾਂਗੇ। ਇਹਦੇ ਵਿੱਚ ਕੁਐਸਚਨਰ ਮੈਂ ਆਪਣੇ ਵੱਲੋਂ ਪ੍ਰੋਵਾਈਡ ਕਰੂੰਗਾ, ਮਤਲਬ ਜਿੱਥੋਂ ਅਸੀਂ ਸੋਲਵ ਕਰਨਾ ਹੈਗਾ ਸਾਰਾ ਕੁਝ, ਮਤਲਬ ਉਹ ਕੁਐਸਚਨਰ ਮੇਰਾ ਆਪਦਾ ਸਟੱਡੀ ਮਟੀਰੀਅਲ ਤਿਆਰ ਕੀਤਾ ਹੋਊਗਾ ਜਿਹੜਾ ਚੈਪਟਰ ਵਾਈਜ਼ ਮੈਂ ਤੁਹਾਨੂੰ ਦਊਂਗਾ ਪੀਡੀਐਫ ਦੀ ਫਾਰਮ ਦੇ ਵਿੱਚ। ਤੇ ਪ੍ਰੈਕਟਿਸ ਕਰਨ ਦੇ ਲਈ ਜਿਹੜੀ ਤੁਹਾਡੇ ਕੋਲ ਕਿਤਾਬ ਆਲਰੇਡੀ ਪਈ ਆ, ਆਪਾਂ 6-7 ਕਿਤਾਬਾਂ ਦੀ ਗੱਲ ਕੀਤੀ ਹੈ। ਅਰਿਹਾਂਤ ਦੀ ਹੋ ਸਕਦੀ ਹੈ, ਰਜੇਸ਼ ਵਰਮਾ ਵਾਲੀ, ਰਕੇਸ਼ ਯਾਦਵ ਦੀ, ਕਿਰਨ ਪਬਲੀਕੇਸ਼ਨ ਦੀ, ਆਰ.ਐਸ. ਅਗਰਵਾਲ ਹੋ ਸਕਦੀ ਹੈ, ਕੇ ਕੁੰਦਨ ਜਾਂ ਐਮ ਟਾਇਰਾ ਜਾਂ ਬੀਐਸਸੀ ਪਬਲੀਕੇਸ਼ਨ ਦੀ ਕੋਈ ਵੀ ਕਿਤਾਬ ਤੁਹਾਡੇ ਕੋਲ ਹੋ ਸਕਦੀ ਹੈ। ਪ੍ਰੈਕਟਿਸ ਜਿਹੜੀ ਮਰਜ਼ੀ ਕਿਤਾਬ ਤੋਂ ਕਰੋ। ਮੈਂ ਜਦੋਂ ਪੜਾਉਂਗਾ ਮੈਂ ਆਪਣਾ ਕੁਐਸਚਨਰ ਦਊਂਗਾ, ਤੁਸੀਂ ਪ੍ਰੈਕਟਿਸ ਜਿੱਥੋਂ ਵੀ ਕਰ ਰਹੇ ਹੋ ਤੁਹਾਡੇ ਉੱਥੋਂ ਡਾਊਟਸ ਮੈਂ ਲਵਾਂਗਾ। ਇਹ ਸਾਰਾ ਜਿਹੜਾ ਕੋਰਸ ਹੈ ਇਹਦੀ ਫੀਸ 2000 ਰੁਪਏ ਆ। ਮਤਲਬ ਇਹ ਮੇਰਾ ਕੁਝ 60 ਤੋਂ 70 ਘੰਟੇ ਦਾ, ਮਤਲਬ 70 ਘੰਟੇ ਦੇ ਅਰਾਊਂਡ ਦਾ ਸਿਲੇਬਸ ਹੈ, ਜਿਹੜਾ ਕਿ 35 ਤੋਂ 40 ਦਿਨਾਂ ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਹੋਊਗੀ। ਮਤਲਬ ਡੇਲੀ 2 ਘੰਟੇ ਦੀਆਂ ਕਲਾਸਿਸ ਹੋਣਗੀਆਂ, ਵੀਕਐਂਡਸ ਤੇ ਥੋੜੀਆਂ ਜ਼ਿਆਦਾ ਕਲਾਸਿਸ ਹੋ ਸਕਦੀਆਂ ਨੇ, ਕੁਝ ਇਹ ਸ਼ੈਡਿਊਲ ਰਹੂਗਾ। ਤੇ ਜਿਹੜੇ ਬੱਚਿਆਂ ਦਾ ਇਸ ਮਹੀਨੇ ਕੁਆਂਟਸ, ਮਤਲਬ ਇਸ ਮਹੀਨੇ ਕੋਈ ਪੇਪਰ ਆ, ਮਤਲਬ ਕੋਆਪਰੇਟਿਵ ਬੈਂਕ ਦਾ ਤੇ ਖਾਸ ਕਰਕੇ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ, ਉਹਨਾਂ ਵਿੱਚੋਂ ਜੇ ਕਿਸੇ ਵਿਦਿਆਰਥੀ ਨੇ ਕੁਆਂਟਸ ਦਾ ਮੇਰਾ ਮਤਲਬ ਕੋਰਸ ਲੈਣਾ ਹੈਗਾ, ਉਹਨਾਂ ਦੇ ਲਈ ਇਹ ਅਵੇਲੇਬਿਲਿਟੀ ਹੈਗੀ ਹੈ ਕਿ ਮੈਂ
ਜਦੋਂ ਜਿੰਨਾ ਕੁ ਤੁਹਾਡਾ ਸਮਾਂ ਰਹਿ ਗਿਆ ਪੇਪਰ ਨੂੰ ਲੈ ਕੇ ਤਾਂ ਉਹਦੇ ਵਿੱਚ ਸਾਰਾ ਸਿਲੇਬਸ ਕਰਵਾ ਦੂੰ, ਇਹ ਵਾਅਦਾ ਨਹੀਂ ਮੈਂ ਕਰ ਸਕਦਾ ਤੇ ਹੋਣਾ ਵੀ ਨਹੀਂ ਹੈਗਾ ਓਬਵੀਅਸਲੀ। ਤਾਂ ਇਹਦੇ ਲਈ ਜੇ ਕਿਸੇ ਵਿਦਿਆਰਥੀ ਨੇ ਕੋਰਸ ਲੈਣਾ ਹੈਗਾ, ਡੈਮੋ ਕਲਾਸ ਜਿਹੜੇ ਚੈਨਲ ਤੇ ਮੈਂ AP ਕੁਆਂਟ ਕਲਾਸਿਸ ਤੇ ਵੀਡੀਓ ਚੱਲ ਰਹੀ ਹੈ YouTube ਦੇ ਉੱਤੇ, ਤਾਂ ਇਹਦੇ ਵਿੱਚ ਇੱਕ ਮੈਂ ਆਪਣੀ ਕਲਾਸ ਦੀ ਵੀਡੀਓ ਪਬਲਿਕ ਕੀਤੀ ਹੋਈ ਹੈ ਟਾਈਮ ਐਂਡ ਵਰਕ ਚੈਪਟਰ ਦਾ, ਮੈਂ ਉਹ ਡੈਮੋ ਕਲਾਸ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਿਨਾਂ ਇੱਕ ਹੋਰ ਵੀਡੀਓ ਪਈ ਹੈ ਜਿਹਦੇ ਵਿੱਚ ਮੈਂ ਪੰਜਾਬ ਦੇ ਪੁਰਾਣੇ ਕੁਐਸਚਨ ਪੇਪਰ ਮਤਲਬ ਸੋਲਵ ਕਰਵਾ ਰਹੇ, ਜਿੰਨਾ ਕੁਆਂਟਸ ਆਇਆ ਪੁਰਾਣੇ ਪੇਪਰਾਂ 'ਚ, ਉਹ ਵੀਡੀਓ ਤੁਸੀਂ ਦੇਖ ਸਕਦੇ ਹੋ। ਤਾਂ ਜਿਹੜੇ ਬੱਚਿਆਂ ਦਾ ਇਸ ਮਹੀਨੇ ਸਬ ਇੰਸਪੈਕਟਰ ਜਾਂ ਕੋਆਪਰੇਟਿਵ ਬੈਂਕ ਦਾ ਪੇਪਰ ਹੈ, ਉਹਨਾਂ ਨੇ ਕੋਰਸ ਲੈਣਾ ਤਾਂ ਉਹ ਪਰਚੇਜ਼ ਕਰ ਸਕਦੇ ਨੇ। ਉਹਦੇ ਵਿੱਚ ਉਹਨਾਂ ਨੂੰ ਰਿਕਾਰਡਡ ਲੈਕਚਰਸ ਮਿਲ ਜਾਣਗੇ, ਸਾਰਾ ਸਟੱਡੀ ਮਟੀਰੀਅਲ ਉਹੀ ਕੁਐਸਚਨਰ ਚੈਪਟਰ ਵਾਈਜ਼ ਮਿਲ ਜੂਗਾ, ਰਿਕਾਰਡਡ ਲੈਕਚਰਸ ਮਿਲ ਜਾਣਗੇ। ਪ੍ਰੈਕਟਿਸ ਦੇ ਲਈ ਤੁਸੀਂ ਮਤਲਬ ਗਾਈਡੈਂਸ ਮੈਂ ਦੇ ਦੂੰਗਾ, ਪ੍ਰੈਕਟਿਸ ਦੇ ਲਈ ਤੁਸੀਂ ਉਹੀ ਗੱਲ ਕਿ ਜਿਹੜੀ ਕਿਤਾਬ ਚੱਕੀ ਫਿਰਦੇ ਹੋ ਉਹੀ ਕਿਤਾਬ ਰੱਖ ਲਓ, ਮੈਂ ਉਹਦੇ ਵਿੱਚੋਂ ਡਾਊਟਸ ਲੈ ਲੂੰਗਾ। ਤਾਂ ਇਹ ਇੱਕ ਦੂਜਾ ਸੈਸ਼ਨ ਤਿਆਰ ਹੋਊਗਾ, ਮਤਲਬ ਦੂਜਾ ਜਿਹੜੇ ਬੱਚਿਆਂ ਦਾ ਇਸ ਮਹੀਨੇ ਪੇਪਰ ਹੈਗਾ ਸਬ ਇੰਸਪੈਕਟਰ ਜਾਂ ਮਤਲਬ ਕੋਆਪਰੇਟਿਵ ਬੈਂਕ ਦਾ। ਤਾਂ ਬੈਚ ਡਿਟੇਲਸ ਇਹ ਨੇ ਕਿ ਅਗਲੇ ਮਹੀਨੇ ਦੇ ਜਿਹੜੇ ਸਾਡੇ ਪੇਪਰ ਨੇ ਜਾਂ ਉਸ ਤੋਂ ਅਗਲੇ ਮਹੀਨੇ ਦੇ ਜਿਹੜੇ ਸਾਡੇ ਪੇਪਰ ਨੇ, ਉਹਨਾਂ ਦਾ 16 ਅਗਸਤ ਨੂੰ ਇੱਕ ਬੈਚ ਸਟਾਰਟ ਹੋ ਰਿਹਾ ਹੈਗਾ ਸ਼ਾਮ ਦੇ, ਉਹਦੇ ਟਾਈਮਿੰਗਸ ਹੋਣਗੇ ਜ਼ੂਮ ਐਪਲੀਕੇਸ਼ਨ ਦੇ ਉੱਤੇ, ਜ਼ੂਮ ਐਪ ਦੇ ਉੱਤੇ ਕਲਾਸ ਲੱਗਿਆ ਕਰੂਗੀ। ਜਿਹੜੇ ਵਿਦਿਆਰਥੀ ਉਹ ਕੋਰਸ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਚਾਹੇ ਰਿਕਾਰਡਡ ਲੈਕਚਰਸ ਪਰਚੇਜ਼ ਕਰਨਾ ਚਾਹੁੰਦੇ ਨੇ, ਚਾਹੇ ਲਾਈਵ ਕਲਾਸਿਸ ਵਾਲਾ ਜਿਹੜਾ ਅਗਲੇ ਮਹੀਨੇ ਦੇ ਐਗਜ਼ਾਮਸ ਨੂੰ ਟਾਰਗੇਟ ਰੱਖ ਕੇ ਆਪਾਂ ਇੱਕ ਲਾਈਵ ਬੈਚ ਚਲਾਉਣਾ ਹੈਗਾ, ਉਹ ਪਰਚੇਜ਼ ਕਰਨਾ ਚਾਹੁੰਦੇ ਨੇ, ਤਾਂ ਡਿਸਕ੍ਰਿਪਸ਼ਨ ਦੇ ਵਿੱਚ, ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਆਪਣਾ ਨੰਬਰ ਹੈਗਾ, ਉਹਦੇ ਤੇ ਬਾਈ ਬਣ ਕੇ ਇਕੱਲਾ WhatsApp ਕਰਿਓ। ਫੋਨ ਮੋਸਟ ਆਫ ਦਾ ਟਾਈਮ ਮੇਰੀਆਂ ਕਲਾਸਿਸ ਹੁੰਦੀਆਂ ਨੇ ਤਾਂ ਮੈਂ ਫੋਨ ਬਹੁਤ ਘੱਟ ਸੁਣ ਪਾ ਰਿਹਾ ਹੁੰਨਾਗਾ, ਤਾਂ WhatsApp ਪ੍ਰੈਫਰ ਕਰਿਓ। ਮੈਂ ਜਿਹੜੇ ਬੱਚੇ ਨੇ ਕੋਈ ਵੀ ਬੈਚ ਬਾਰੇ ਹੋਰ ਡਿਟੇਲ ਲੈਣੀ ਹੈ, ਹੋਰ ਕੋਈ ਸਪੈਸੀਫਿਕ ਡਿਟੇਲ ਲੈਣੀ ਹੈ ਜਾਂ ਬੈਚ ਪਰਚੇਜ਼ ਕਰਨਾ ਹੈਗਾ, ਤਾਂ ਇਹਨਾਂ ਨੰਬਰ ਤੇ ਜਿਹੜੇ ਮਤਲਬ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਉਹਦੇ ਤੇ ਗੱਲ ਕਰ ਸਕਦੇ ਹੋ। ਥੈਂਕ ਯੂ।